ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਸਗਰੇ ਸੁਨਤ ਪ੍ਰਸੰਗ ਕੋ ਦਿਜ ਮੂਰਖ ਚਹੂੰ ਔਰ ਬੋਲੇ ਸ਼੍ਰੀ ਅਰਜਨ ਗੁਰੂ ਕੀਨ ਜੋ ਤੈ ਅਘ ਘੋਰ ਸਗਰੇ ਸੁਨਤ ਪ੍ਰਸੰਗ ਕੋ ਦਿਜ ਮੂਰਖ ਚਹੂੰ ਔਰ ਬੋਲੇ ਸ਼੍ਰੀ ਅਰਜਨ ਗੁਰੂ ਕੀਨ ਜੋ ਤੈ ਅਘ ਘੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਜਗ ਦਾਤੇ ਗੁਰੂ ਗਰੀਬ ਨਿਵਾਜ
दस पातशाहियों जी के पावन पवित्र स्वरूप करुणा निधान मेहरामतां दा सागर निहचल चौर छतर तख्त दे मालक धन धन साहिब आदि श्री गुरु ग्रंथ साहिब जी महाराज सच्चे पातशाह जीआं दे संध्या समय दे सज रहे दीवान अंदर हजूर दे खुले दर्शन दीदार करने दा सुभाग प्राप्त हो रहा है। ਵੱਡੇ ਭਾਗਾਂ ਦੇ ਸਦਕਾ ਸਾਧ ਸੰਗਤ ਦੀਆਂ ਅਮੋਲਕ ਕੜੀਆਂ ਦਾ ਪਾਵਨ ਪਵਿੱਤਰ ਆਨੰਦ ਆਪਾਂ ਮਾਣ ਰਹੇ ਹਾਂ। ਪਿਛਲੇ ਲੰਬੇ ਸਮੇਂ ਤੋਂ ਪਾਵਨ ਗੁਰੂ ਘਰ ਅੰਦਰ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਦੀ ਕ੍ਰਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਗਾਥਾ ਲੜੀਵਾਰ ਰੂਪ ਅੰਦਰ ਆਪਾਂ ਨਿਤਾ ਪ੍ਰਤੀ ਹਾਜ਼ਰੀਆਂ ਭਰ ਕਰਕੇ ਰਲ ਮਿਲ ਕਰਕੇ ਸ਼ਰਵਣ ਕਰ ਰਹੇ ਹਾਂ, ਜਿਸ ਵਿੱਚ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬਾਲ ਲੀਲਾ ਪ੍ਰਸੰਗ ਪਿਛਲੇ ਦੀਵਾਨ ਵਿੱਚ ਆਪਾਂ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਹੱਸਦੇ ਖੇਡਦੇ ਬੜੇ ਚੰਗੇ ਲੱਗਦੇ ਆ, ਬਿਨਾਂ ਪ੍ਰਿਥੀ ਚੰਦ ਤੋਂ, ਕਿਉਂਕਿ ਪ੍ਰਿਥੀ ਚੰਦ ਤੇ ਬੀਬੀ ਕਰਮੋਂ ਇਹ ਸਤਿਗੁਰਾਂ ਦੇ ਘਰ ਨਾਲ ਈਰਖਾ ਕਰਦੇ ਆ। ਜਿਵੇਂ ਪਿੱਛੇ ਪ੍ਰਸੰਗ ਆਪਾਂ ਸੁਣਿਆ ਹੀ ਹੈ, ਮਹਾਰਾਜ ਦੇ ਘਰ ਦੇ ਖੜਾਵੇ ਬ੍ਰਾਹਮਣ ਨੂੰ ਇਹਨਾਂ 500 ਰੁਪਈਏ ਦਾ ਲਾਲਚ ਦੇ ਕੇ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦਵਾ ਦਿੱਤਾ ਸੀ, ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰਾ ਪੜਦਾ ਜਾ ਜਿਵੇਂ ਉਗੜਿਆ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹ ਜ਼ਹਿਰ ਕੁੱਤੇ ਨੂੰ ਪਾ ਦਿੱਤਾ, ਦਹੀਂ ਜ਼ਹਿਰ ਵਾਲਾ, ਤੜਫ ਤੜਫ ਕੇ ਉਹ ਗੁਰੂ ਘਰ ਦਾ ਕੂਕਰ ਮਰਿਆ। ਮਹਾਰਾਜ ਨੇ ਵੇਖ ਕੇ ਬਚਨ ਕੀਤਾ ਕਿ ਇਹ ਬ੍ਰਾਹਮਣ, ਤੇਰੇ ਉਦਮ ਆਹਰ ਕਰਕੇ ਆ ਸਭ ਕੁਝ ਹੋਇਆ, ਇਸੇ ਤਰ੍ਹਾਂ ਤੂੰ ਹੀ ਇਸ ਸੰਸਾਰ ਤੋਂ ਜਾਵੇਂਗਾ, ਬੜੀ ਛੇਤੀ ਫਲ ਮਿਲੇਗਾ। ਮਹਾਰਾਜ ਦੇ ਬਚਨ ਕਹਿੰਦਿਆਂ ਉਹ ਬ੍ਰਾਹਮਣ ਤੜਫ ਤੜਫ ਕੇ ਸੂਲ ਉੱਠ ਕੇ ਮਰਿਆ। ਉਸ ਤੋਂ ਬਾਅਦ ਸਭ ਸੰਗਤਾਂ ਵੇਖ ਕੇ ਹੈਰਾਨ ਹੁੰਦੀਆਂ। ਧੰਨ ਮਾਤਾ ਗੰਗਾ ਜੀਆਂ ਬੇਨਤੀ ਕੀਤੀ ਸੀ ਵੀ ਚਲੋ ਮਹਾਰਾਜ ਬ੍ਰਾਹਮਣ ਤਾਂ ਮਰ ਗਿਆ, ਪਤਾ ਵੀ ਲੱਗਿਆ ਜ਼ਹਿਰ ਦੇਣ ਆਇਆ ਸੀ, ਪਰ ਮਹਾਰਾਜ ਓਲਾ ਹੀ ਰਹਿ ਗਿਆ। ਇਹ ਨਹੀਂ ਪਤਾ ਲੱਗਿਆ ਵੀ ਜ਼ਹਿਰ ਦੇਣ ਵਾਸਤੇ ਇਹਨੂੰ ਭੇਜਿਆ ਕਿਹਨੇ ਹੈ, ਕਿਉਂਕਿ ਕੋਈ ਵੀ ਪਾਪ ਪ੍ਰਾਣੀ ਉਦੋਂ ਕਰਦਾ ਹੈ ਜਦੋਂ ਮਹਾਰਾਜ ਉਹਦਾ ਕੁਝ ਸੌਰਨਾ ਹੈ, ਲਾਭ ਪਿੱਛੇ ਫਾਇਦੇ ਪਿੱਛੇ ਕੋਈ ਪਾਪ ਕਮਾਉਂਦਾ, ਤੇ ਬ੍ਰਾਹਮਣ ਦਾ ਕੀ ਭਲਾ ਫਾਇਦਾ ਸਾਡੇ ਸਾਹਿਬਜ਼ਾਦੇ ਨੂੰ ਮਾਰਨ ਤੇ। ਇਸ ਲਈ ਜਾਣਿਆ ਪੈਂਦਾ ਹੈ ਵੀ ਇਹ ਵੀ ਕਿਸੇ ਦਾ ਪ੍ਰੇਰਿਆ ਕੱਲਿਆ ਲਾਲਚ ਵਸ ਹੋ ਕੇ ਆਇਆ ਸੀ। ਆਖਿਆ ਮਾਤਾ ਜੀਆਂ ਮਹਾਰਾਜ ਆਪ ਜੀ ਸਭ ਕਲਾ ਸਮਰੱਥ ਹੋ, ਤੁਹਾਡੇ ਇੱਕ ਕਹੇ ਬਚਨ ਤੇ ਬ੍ਰਾਹਮਣ ਮਰ ਸਕਦਾ ਹੈ, ਤੇ ਤੁਹਾਡਾ ਹੀ ਬਚਨ ਹੈ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਆਪ ਜੀ ਦਇਆ ਕਰੋ ਤੇ ਇਹਨੂੰ ਜਿਉਂਦਾ ਕਰੋ, ਤੇ ਆਪ ਮੂੰਹੋਂ ਬੋਲ ਕੇ ਦੱਸੇਗਾ ਵੀ ਇਹਨੂੰ ਕਿਹਨੇ ਭੇਜਿਆ। ਜੇ ਦੱਸ ਦਿੱਤਾ ਆਪਣਾ ਪਾਪ ਮੰਨ ਗਿਆ, ਪਛਤਾਇਆ, ਤਾਂ ਇਹਨੂੰ ਮਾਫ ਵੀ ਕਰ ਦੇਣਾ। ਤੁਹਾਡਾ ਬਿਰਦ ਹੈ ਮਹਾਰਾਜ ਬਖਸ਼ਣਹਾਰ ਹੋ, ਇਹਨੂੰ ਬਖਸ਼ ਦੇਣਾ। ਮਹਾਰਾਜ ਨੇ ਮਾਤਾ ਗੰਗਾ ਜੀ ਦੇ ਬਚਨ ਦਾ ਮਾਣ ਰੱਖਿਆ। ਜਲ ਦਾ ਛੱਟਾ ਵਾਹਿਗੁਰੂ 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 ਮੁੱਖੋਂ ਬੋਲਦਿਆਂ ਹੋਇਆਂ ਬ੍ਰਾਹਮਣ ਨੂੰ ਫਿਰ ਮੁੜ ਮਿਰਤਕ ਕੇ ਤਨ ਪਾਇਓ ਸਾਸਾ ਦੀ ਬਖਸ਼ਿਸ਼ ਕੀਤੀ। ਉੱਠ ਕੇ ਬੈਠਾ, ਮਹਾਰਾਜ ਨੇ ਦੱਸਿਆ ਵੀ ਇਹ ਪਾਪੀ
ਪਾਪ ਤਾਂ ਤੈਂ ਬਹੁਤ ਵੱਡਾ ਕੀਤਾ, ਕਿਉਂਕਿ ਸਾਡੇ ਘਰੋਂ ਹੀ ਖਾ ਕੇ ਲੂਣ ਤੇ ਇੱਥੇ ਹੀ ਹਰਾਮ ਕੀਤਾ ਹੈ। ਫਿਰ ਵੀ ਦੱਸ ਵੀ ਤੈਨੂੰ ਕੀ ਮਿਲਣਾ ਸੀ ਇਹ ਕਾਰਜ ਕਰੇ। ਤੇ ਉਹ ਬ੍ਰਾਹਮਣ ਨੇ ਦੱਸਿਆ ਵੀ ਮਹਾਰਾਜ, ਮੈਨੂੰ ਤਾਂ ਸਿਰਫ 500 ਰੁਪਈਆ ਹੀ ਮਿਲਣਾ, ਅਸਲੀ ਕਾਰਜ ਤਾਂ ਤੁਹਾਡੇ ਭਰਾਤਾ ਦਾ ਸਿੱਧ ਹੋਣਾ ਜਿਹਨੇ ਮੈਨੂੰ ਭੇਜਿਆ। ਉਹ ਕਹਿੰਦਾ ਵੀ ਜੇ ਹਰਗੋਬਿੰਦ ਸਾਹਿਬਜ਼ਾਦੇ ਨੂੰ ਮਾਰ ਦਿਓ ਤੇ ਗੁਰਿਆਈ ਅਗਾਂ ਗੁਰੂ ਅਰਜਨ ਦੇਵ ਸਾਹਿਬ ਤੋਂ ਬਾਅਦ ਸਾਡੇ ਘਰ ਮਿਹਰਵਾਨ ਨੂੰ ਆ ਜਾਣੀ ਹੈ। ਇਹੋ ਜਿਹੀ ਮਨਸਾ ਰੱਖ ਕੇ ਮਹਾਰਾਜ ਮੈਨੂੰ ਉਹਨੇ ਭੇਜਿਆ। ਮੈਂ ਤਾਂ ਲਾਲਚ ਵਸ ਹੋ ਕੇ ਕੋਈ ਮਾੜਾ ਕਰਮ ਮੇਰਾ ਅੱਗੇ ਆ ਗਿਆ। ਕਿਉਂਕਿ ਸਾਧ ਸੰਗਤ ਜੀ, ਜਿੰਨਾ ਸਮਾਂ ਤੁਹਾਡੇ ਭਾਗ ਅੰਦਰ ਕਰਮ ਫਲ ਹੈ, ਸ਼ੁਭ ਕਰਮ ਫਲ ਤੁਹਾਡੇ ਅੰਦਰ ਜਾਂ ਤੁਹਾਡੇ ਪਾਸ ਪਿਛਲੇ ਕੀਤੇ ਸ਼ੁਭ ਕਰਮ ਹਨ, ਉਹਨਾਂ ਦਾ ਲੇਖਾ ਜਮ੍ਹਾਂ ਹੈ। ਉਹਨਾਂ ਸਮਾਂ ਫਿਰ ਉਹ ਜਿਹੜਾ ਲਾਲਚ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਤਿਆਦਿ, ਈਰਖਾ, ਦਵੈਸ਼, ਇਹਨਾਂ ਤੋਂ ਉਹ ਤੁਹਾਡੇ ਪਿਛਲੇ ਕੀਤੇ ਕਰਮ ਜਿਹੜੇ ਆ ਸ਼ੁਭ, ਉਹ ਰੱਖਿਆ ਕਰਦੇ ਰਹਿੰਦੇ ਆ। ਉਹਨਾਂ ਸਮਾਂ ਮਨੁੱਖ ਨੂੰ ਲਾਲਚ ਵੀ ਕੁਝ ਨਹੀਂ ਵਿਗਾੜਦਾ, ਇਹ ਪੰਜਾਂ ਤੇ ਕਾਬੂ ਪਾ ਛੱਡਦਾ। ਛੇਤੀ ਕੀਤਿਆਂ ਲਾਗੇ ਨਹੀਂ ਆਉਂਦੇ, ਕਿਉਂਕਿ ਸ਼ੁਭ ਕਰਮੇ ਦੇ ਅਜੇ ਫਲ ਦੇਈ ਜਾਂਦੇ ਆ। ਜਦੋਂ ਸ਼ੁਭ ਕਰਮ ਸਾਧ ਸੰਗਤ ਜੀ ਖਤਮ ਹੁੰਦੇ ਤੇ ਪਾਪ ਪਿਛਲਾ ਕੋਈ ਕੀਤਾ ਉਗੜ ਕੇ ਅੱਗੇ ਆਉਂਦਾ। ਇਹ ਲੋਭ ਤੇ ਵਿਸ਼ੇ ਵਿਕਾਰ ਵੀ ਉਦੋਂ ਹੀ ਆਣ ਕੇ ਘੇਰਾ ਪਾਉਂਦੇ ਆ, ਉਹਨਾਂ ਚਿਰ ਨਹੀਂ। ਜਦੋਂ ਪਿਛਲੇ ਸ਼ੁਭ ਕਰਮ ਖਤਮ ਹੋ ਜਾਣ, ਪਾਪਾਂ ਦਾ ਦੌਰ ਸ਼ੁਰੂ ਹੋ ਜਾਂਦਾ, ਉਦੋਂ ਫਿਰ ਪ੍ਰਾਣੀ ਲਾਲਚੀ ਵੀ ਹੋ ਜਾਂਦਾ ਹੈ। ਜਿਸ ਨੂੰ ਕਰਤਾ ਆਪ ਖੁਆਏ, ਖੁਸ ਲਏ ਚੰਗਿਆਈ। ਪਰਮੇਸ਼ਰ ਫਿਰ ਜਿਹਨੂੰ ਕਰਮ ਫਿਰ ਖੋਟੇ ਕੀਤੇ ਉਹਦਾ ਫਲ ਦੇਣਾ ਹੁੰਦਾ ਹੈ, ਉਹਨੂੰ ਫਿਰ ਕਰਤਾ ਪੁਰਖ ਚੰਗੇ ਕੰਮਾਂ ਤੋਂ ਖੁੰਝਾ ਦਿੰਦਾ। ਜਿਸ ਨੂੰ ਕਰਤਾ ਆਪ ਖੁਆਏ, ਖੁਸ ਲਏ ਚੰਗਿਆਈ, ਚੰਗਿਆਈ ਖੋਹ ਲੈਂਦਾ। ਸੰਸਾਰ ਵਿੱਚ ਉਹਦੀ ਦੁਰੇ ਦੁਰੇ ਹੁੰਦੀ ਹੈ। ਇਸੇ ਤਰ੍ਹਾਂ ਇਹ ਬ੍ਰਾਹਮਣ ਹੈ ਤਾਂ ਮਹਾਰਾਜ ਦਾ ਵਫਾਦਾਰ ਸੀ। ਵਫਾਦਾਰ ਵੀ ਉਹਨਾਂ ਚਿਰ ਹੀ ਫਲੀ ਭੂਤ ਹੁੰਦੀ ਜਿੰਨਾ ਸਮਾਂ ਕਿਤੇ ਪਿਛਲੇ ਕਰਮ ਸ਼ੁਭ ਕੀਤੇ ਫਲ ਦੇਈ ਜਾਂਦੇ ਆ। ਜਦੋਂ ਮਾੜਾ ਕਰਮ ਪਿਛਲਾ ਉਗੜ ਕੇ ਅੱਗੇ ਆਉਂਦਾ, ਉਦੋਂ ਫਿਰ ਉਹ ਕੋਈ ਵਫਾਦਾਰੀ ਨਹੀਂ ਰਹਿੰਦੀ। ਵੱਡੇ ਵੱਡੇ ਨਮਕ ਹਲਾਲ ਹਰਾਮੀ ਹੁੰਦੇ ਵੇਖੇ ਜਾਂਦੇ ਆ। ਗੰਗੂ ਬ੍ਰਾਹਮਣ ਹੈ ਤਾਂ ਮਹਾਰਾਜ ਦੇ ਘਰ ਦਾ ਰਸੋਈਆ ਹੀ ਸੀ ਨਾ, ਸੱਚੇ ਪਾਤਸ਼ਾਹ ਦੇ ਘਰ ਵਿੱਚ ਰਹਿੰਦਾ, ਉੱਥੋਂ ਖਾਂਦਾ ਪੀਂਦਾ ਰਿਹਾ। ਤੇ ਵੇਖ ਲਓ, ਕੋਈ ਪਿਛਲਾ ਕਰਮ ਹੀ ਇਹੋ ਜਿਹਾ ਅੱਗੇ ਉਗੜ ਕੇ ਆਇਆ, ਮਨ ਨੂੰ ਪ੍ਰੇਰਿਆ, ਲਾਲਚੀ ਕਰ ਦਿੱਤਾ। ਤੇ ਕੀ ਉਹ ਮੋਹਰਾਂ ਦੀ ਗੁਰਜੀ ਪਿੱਛੇ ਸਾਹਿਬਜ਼ਾਦੇ ਸੂਬੇ ਸਰਹੰਦ ਨੂੰ ਪਕੜਾਏ, ਤੇ ਹੁਣ ਤੀਕਰ ਸੰਸਾਰ ਦੀਆਂ ਲਾਹਣਤਾਂ ਪਿਆ ਲੈਂਦਾ। ਇਹ ਬ੍ਰਾਹਮਣ ਨੇ ਸਾਰਾ ਦੱਸ ਦਿੱਤਾ ਮਹਾਰਾਜ ਵੀ ਆਹ ਕਾਰਜ ਪ੍ਰਿਥੀ ਚੰਦ ਦੇ ਕਹੇ ਤੇ ਮੈਂ ਕੀਤਾ ਹੈ। ਹਜ਼ੂਰ ਨੇ ਫਿਰ ਆਖਿਆ ਵੀ ਪ੍ਰਿਥੀ ਚੰਦ ਨੇ ਤਾਂ ਡਾਢਾ ਹੀ ਕਲੰਕ ਲਾ ਲਿਆ ਮੂੰਹ ਨੂੰ, ਇੱਥੇ ਵੀ ਨਹੀਂ ਲੈਣਾ ਨਾ ਗਾਂਹ ਲੈਣਾ, ਧੋਇਆ ਸਗੋਂ ਗੂੜਾ ਹੋਵੇਗਾ। ਸਾਡੇ ਸਿੱਖ ਪ੍ਰਿਥੀ ਚੰਦ ਦੀਆਂ ਕੁਲਾਂ ਤੀਕਰ ਯਾਦ ਰੱਖਣਗੇ, ਤੇ ਅੱਗੇ ਦੀ ਅੱਗੇ ਜਦੋਂ ਪ੍ਰਿਥੀ ਚੰਦ ਦੀ ਕੋਈ ਗੱਲ ਹੋਇਆ ਕਰੇਗੀ ਤੇ ਸਿੱਖ ਬਹੁਤ ਫਿਟਕਾਰਾਂ ਪ੍ਰਿਥੀ ਚੰਦ ਦੇ ਲਾਣੇ ਨੂੰ ਜਾਂ ਪ੍ਰਿਥੀ ਚੰਦ ਨੂੰ ਪਾਇਆ ਕਰਨਗੇ। ਹੁਣ ਵੀ ਇਹ ਪੰਜ ਸਿੰਘ ਸਾਹਿਬਾਨ ਅੰਮ੍ਰਿਤ ਛਕਾਉਂਦੇ ਹੈ। ਮੀਣੇ ਮਸੰਦਾਂ, ਕੁੜੀ ਮਾਰ, ਨੜੀ ਮਾਰ, ਇਹਨਾਂ ਦੀ ਬਾਬਤ ਰਾਮ ਰਾਈਏ ਪ੍ਰੇਰਨਾ ਕਰਦੇ ਆ ਨਾ ਵੀ ਇਹਨਾਂ ਨਾਲ ਬੁਰਕੀ ਦੀ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਇਹ ਉਹੀ ਹੈ ਜਿਨ੍ਹਾਂ ਜਿਨ੍ਹਾਂ ਗੁਰੂ ਘਰ ਨਾਲ ਦਰੋਹ ਕਮਾਏ, ਗੁਰੂ ਕੇ ਹੋ ਕੇ, ਗੁਰੂ ਦੀ ਅੰਸ ਬੰਸ ਵਿੱਚ ਹੋ ਕੇ, ਤੇ ਗੁਰੂ ਨਾਨਕ ਪਾਤਸ਼ਾਹ ਦੇ ਮਹਾਰਾਜ ਦੇ ਘਰ ਨੂੰ ਖੋਰਾ ਲਾਇਆ। ਉਹਨਾਂ ਤੋਂ ਅੱਜ ਵੀ ਵੇਖੋ ਸੁਚੇਤ ਕਰਦੇ ਆ, ਰਹੋ ਵਿਚਾਰ। ਇਸ ਤੋਂ ਬਾਅਦ ਜਦੋਂ ਸਾਰਾ ਪਾਪ ਉਗੜ ਕੇ ਅੱਗੇ ਆ ਗਿਆ ਵੀ ਬ੍ਰਾਹਮਣ ਤਾਂ ਪ੍ਰਿਥੀ ਚੰਦ ਦਾ ਪ੍ਰੇਰਿਆ ਹੋਇਆ ਇੱਥੇ ਆਇਆ, ਉਸ ਤੋਂ ਬਾਅਦ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਜਿਵੇਂ ਅੱਜ ਪ੍ਰਸੰਗ ਆਵੇਗਾ, ਉਹ ਮਹਾਰਾਜ ਗੁਰੂ ਅਰਜਨ ਦੇਵ ਦੇ ਚਰਨੀ ਪਿਆ ਜਦੋਂ ਇਹ ਬ੍ਰਾਹਮਣ,
ਤੇ ਸਾਨੂੰ ਬਖਸ਼ ਲਓ ਮਹਾਰਾਜ, ਭੁੱਲ ਹੋ ਗਈ। ਮਹਾਰਾਜ ਕਹਿੰਦੇ ਉਹ ਬੈਠੇ ਬਖਸ਼ਣ ਵਾਲੇ, ਜਿਨ੍ਹਾਂ ਨੂੰ ਜ਼ਹਿਰ ਦਿੰਦਾ ਸੀ ਤੂੰ, ਉਹ ਬਖਸ਼ ਸਕਦੇ ਆ। ਉਹਨਾਂ ਦੇ ਚਰਨੀ ਪੈ ਜਾ ਜੇ ਬਖਸ਼ ਦੇਣ ਤਾਂ। ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠੇ ਸੀ ਉਦੋਂ ਹਰਗੋਬਿੰਦ ਸਾਹਿਬ ਮਹਾਰਾਜ। ਜਾ ਕੇ ਬ੍ਰਾਹਮਣ ਨੇ ਤਰਲੇ ਕੀਤੇ, ਮਹਾਰਾਜ ਬਖਸ਼ ਦਿਓ। ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਪਿਤਾ ਜੀ ਦੇ ਵੱਲ ਵੇਖਿਆ। ਵੇਖਦੇ ਹੀ ਜਾਣ ਗਏ ਵੀ ਸਾਡੇ ਪਿਤਾ ਜੀ ਨੂੰ ਬਖਸ਼ਿਆ ਚਾਹੁੰਦੇ ਆ। ਆਪਣਾ ਨਦਨਾ ਹੱਥ ਸੱਜਾ ਤੇ ਉਸ ਬ੍ਰਾਹਮਣ ਦੇ ਸਿਰ ਤੇ ਰੱਖ ਦਿੱਤਾ। ਸਭ ਕਪਾਟ ਖੁੱਲ ਗਏ, ਅਗਿਆਨ ਦੇ ਪਰਦੇ ਨਾਸ਼ ਹੋ ਗਏ ਤੇ ਆਨੰਦ ਹੀ ਆਨੰਦ ਬਖਸ਼ਿਸ਼ ਕਰ ਦਿੱਤਾ, ਕਿਉਂਕਿ ਪਰਮੇਸ਼ਰ ਦਾ ਹੱਥ ਛੋਇਆ ਹੈ। ਇਸ ਤਰ੍ਹਾਂ ਸਿੱਖ ਵੇਖ ਵੇਖ ਹੈਰਾਨ ਹੁੰਦੇ ਵੀ ਕਿੱਡਾ ਵੱਡਾ ਸੀ ਪਾਪੀ ਬ੍ਰਾਹਮਣ। ਪਾਪੀ ਬਹੁਤ ਵੱਡਾ ਹੈ। ਕੁਝ ਸਿੱਖ ਕਹਿੰਦੇ ਏਡਾ ਵੱਡਾ ਪਾਪੀ, ਦੂਜੇ ਸਿੱਖ ਕਹਿੰਦੇ ਠੀਕ ਹੈ ਪਾਪੀ ਬੜਾ ਵੱਡਾ ਹੈ। ਇਹ ਵੀ ਵੇਖੋ ਨਾ, ਫਿਰ ਬਖਸ਼ਣ ਵਾਲਾ ਵੀ ਓਡਾ ਹੀ ਵੱਡਾ, ਜਿੱਡਾ ਵੱਡਾ ਪਾਪੀ ਉਸ ਤੋਂ ਵੱਡੇ ਆ ਬਖਸ਼ਣ ਵਾਲੇ। ਇਸ ਤਰ੍ਹਾਂ ਦੀ ਕਥਾ ਆਪਾਂ ਕੱਲ੍ਹ ਸੁਣੀ ਅੱਗੇ। ਫਿਰ ਮਹਾਰਾਜ ਨੂੰ ਬ੍ਰਾਹਮਣ ਨੂੰ ਆਖਿਆ ਤੂੰ ਇੱਥੇ ਬੈਠਾ ਰਹੋ ਤੇ ਅਸੀਂ ਪ੍ਰਿਥੀ ਚੰਦ ਨੂੰ ਸੱਦਾਂਗੇ ਤੇ ਉਹਦੇ ਮੂੰਹ ਤੇ ਸਾਰੀ ਗੱਲ ਕਰੀ, ਕਿਉਂਕਿ ਮਹਾਰਾਜ ਨੂੰ ਪਤਾ ਸੀ ਉਂਝ ਤਾਂ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਉਹਨੇ। ਬਾਕੀ ਸਤਿਗੁਰਾਂ ਨੂੰ ਪ੍ਰਵਾਹ ਤਾਂ ਕੋਈ ਨਹੀਂ ਸੀ, ਪਰ ਸੰਗਤ ਵਿੱਚ ਜ਼ਰੂਰੀ ਲੈ ਕੇ ਆਉਣਾ ਸੀ ਵੀ ਕੋਈ ਇਹ ਨਾ ਆਖੇ ਵੀ ਪ੍ਰਿਥੀ ਚੰਦ ਦੀ ਆਕਾਰ ਨਹੀਂ ਮਹਾਰਾਜ ਖਰੇ ਨਿੰਦਾ ਕਰਦੇ ਕਰਵਾਉਂਦੇ ਆ। ਕਿਉਂਕਿ ਪ੍ਰਿਥੀ ਚੰਦ ਵੀ ਧਮਾ ਰਿਹਾ ਸੀ ਨਾ ਚਫੇਰੇ ਵੀ ਸਾਡੇ ਤੇ ਆਕਾਰ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਦਾ ਪਰਿਵਾਰ ਦੂਸ਼ਣ ਲਾਉਂਦਾ ਰਹਿੰਦਾ। ਤੇ ਮਹਾਰਾਜ ਕਹਿੰਦੇ ਜਦੋਂ ਆਏਗਾ ਪ੍ਰਿਥੀ ਚੰਦ ਉਹਦੇ ਮੂੰਹ ਤੇ ਕਰੀ। ਉਹ ਕਹਿੰਦਾ ਮਹਾਰਾਜ ਮੈਨੂੰ ਕੀ ਡਰ ਹੈ, ਮੈਂ ਜ਼ਰੂਰ ਕਰਾਂਗਾ, ਤੁਸਾਂ ਮੈਨੂੰ ਬਖਸ਼ਿਆ ਹੈ, ਦੁਬਾਰਾ ਜਾਣ ਪਾਈ ਹੈ। ਫਿਰ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਸੱਦਿਆ, ਜਿਵੇਂ ਸਾਰੀ ਗੱਲ ਬ੍ਰਾਹਮਣ ਨੇ ਪ੍ਰਿਥੀ ਚੰਦ ਦੇ ਮੂੰਹ ਤੇ ਕੀਤੀ। ਉੱਥੇ ਪ੍ਰਿਥੀ ਚੰਦ ਨੇ ਮਹਾਰਾਜ ਨਾਲ ਬਹੁਤ ਝਗੜਾ ਕੀਤਾ, ਫਿਰ ਸਿੱਧਾ ਹੀ ਹੋ ਗਿਆ ਸੀ। ਅੱਗੇ ਤਾਂ ਕਹਿੰਦਾ ਮਹਾਰਾਜ ਮੈਂ ਢਿੱਲ ਵਰਤੀ, ਹੁਣ ਵੇਖੋ ਕੀ ਬਣਦਾ। ਨਾ ਮੈਂ ਤੁਹਾਨੂੰ ਰਹਿਣ ਦੇਣਾ, ਨਾ ਤੁਹਾਡੇ ਸਾਹਿਬਜ਼ਾਦੇ ਨੂੰ। ਇੱਕ ਹੱਥ ਦਾ ਕੰਮ ਹੈ ਮੇਰਾ, ਦਿੱਲੀੋਂ ਫੌਜਾਂ ਚੜ੍ਹਾ ਦੇਵਾਂਗਾ, ਕੁਝ ਨਹੀਂ ਰਹਿਣ ਦੇਵਾਂਗਾ, ਬਰਬਾਦ ਕਰਕੇ ਰੱਖ ਦਿਆਂਗਾ, ਤੁਸੀਂ ਮੈਨੂੰ ਜਾਣਦੇ ਕੀ ਹੋ ਅਜੇ। ਇਸ ਤਰ੍ਹਾਂ ਦੇ ਖੋਟੇ ਬਚਨ ਮਹਾਰਾਜ ਨੂੰ ਬੋਲੇ। ਸਾਰੀ ਵਾਰਤਾ ਸੁਣੀਏ ਜੀ, ਚਿੱਤ ਬਿਰਤੀ ਇਕਾਗਰ ਕਰੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਓ ਜੀ। ਸਭ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਗਰੇ ਸੁਨਤ ਪ੍ਰਸੰਗ ਕੋ। ਤੋ ਬ੍ਰਾਹਮਣ ਤੋਂ ਸਾਰਾ ਪ੍ਰਸੰਗ ਸਤਿਗੁਰਾਂ ਨੇ ਸੁਣਿਆ ਹੈ। ਦਿਜ ਮੂਰਖ ਚਹੂ ਔਰ। ਤੇ ਇਹ ਜਿਹੜਾ ਬ੍ਰਾਹਮਣ ਹੈ ਨਾ, ਉਹ ਮੂਰਖ ਜਿਹਾ ਬ੍ਰਾਹਮਣ, ਉਹ ਪ੍ਰਸੰਗ ਸੁਣਦੀਆਂ ਸਾਰੀਆਂ ਸੰਗਤਾਂ ਉਹਦੇ ਚਾਰ ਚਫੇਰੇ ਖੜੀਆਂ। ਉਹਨੇ ਦੱਸ ਦਿੱਤਾ ਸਭ ਕੁਝ ਵੀ ਮੈਂ ਤਾਂ ਪ੍ਰਿਥੀ ਚੰਦ ਦਾ ਕੱਲਿਆ ਆਇਆ, ਮੇਰਾ ਕੋਈ ਦੋਸ਼ ਨਹੀਂ। ਠੀਕ ਹੈ ਮੈਨੂੰ ਲਾਲਚ ਆ ਗਿਆ, ਮੈਂ 500 ਦਾ ਲਾਲਚ ਲੈ ਕੇ ਪਾਪ ਕਰਨ ਵਾਸਤੇ ਮੰਨਿਆ, ਮੇਰਾ ਵੀ ਕਸੂਰ ਵੱਡਾ, ਪਰ ਮੇਥੋਂ ਵੱਡਾ ਪਾਪੀ ਉਹ ਹੈ ਜਿਹਨੇ ਮੈਨੂੰ ਕੱਲਿਆ, ਕਿਉਂਕਿ ਮੈਂ ਤਾਂ ਮਹਾਰਾਜ ਦੇ ਘਰ ਦਾ ਖੜਾਵਾ, ਉਹ ਮਹਾਰਾਜ ਦਾ ਸਕਾ ਭਰਾ ਹੈ। ਇਸ ਤਰ੍ਹਾਂ ਦੇ ਬਚਨ ਬ੍ਰਾਹਮਣ ਨੇ ਕੀਤੇ। ਇਸ ਮੂਰਖ ਜੇ ਬ੍ਰਾਹਮਣ ਦੇ ਚਾਰ ਚਫੇਰੇ ਸਭ ਸੰਗਤਾਂ ਖੜੀਆਂ ਹਨ। ਬੋਲੇ ਸ਼੍ਰੀ ਅਰਜਨ ਗੁਰੂ। ਤੇ ਇਹਨੂੰ ਵੇਖ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖਣ ਲੱਗੇ ਆ, ਕੀਨ ਜੋ ਤੈਂ ਅਘ ਘੋਰ। ਮਹਾਰਾਜ ਕਹਿੰਦੇ ਉਹ ਪਾਪੀ ਬ੍ਰਾਹਮਣ ਜਿਹੜਾ ਤੂੰ ਪਾਪ ਕੀਤਾ ਜਾਂ ਕਰਨ ਲੱਗਿਆ ਸੀ, ਕਿਉਂਕਿ ਜਦੋਂ ਮਨ ਵਿੱਚ ਹੀ ਆ ਜੇ ਪਾਪ, ਸਾਧ ਸੰਗਤ ਜੀ ਹੋਇਆ ਹੀ ਮੰਨਿਆ ਜਾਂਦਾ। ਸਰੀਰ ਉਹਨੂੰ ਨੇਪਰੇ ਚੜਾਉਂਦਾ, ਪਰ ਪਾਪ ਪਹਿਲਾਂ ਮਨ ਵਿੱਚ ਹੀ ਆਉਂਦਾ ਨਾ। ਜਦੋਂ ਮਨ ਮੈਲਾ ਹੋ ਜਾਂਦਾ, ਫਿਰ ਜਿਸ ਮਨ ਵਿੱਚ ਪਾਪ ਹੈ ਉੱਥੇ ਪਰਮੇਸ਼ਰ ਦਾ ਵਾਸਾ ਨਹੀਂ ਰਹਿੰਦਾ, ਦੋ ਇਕੱਠੇ ਨਹੀਂ ਰਹਿ ਸਕਦੇ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹੈ ਬ੍ਰਾਹਮਣ, ਜਿਹੜਾ ਤੂੰ ਭਾਰੀ ਪਾਪ ਦਰੋਹ ਸਾਡੇ ਘਰ ਨਾਲ ਕਮਾਇਆ ਹੈ, ਕਮਾਉਂਦਾ ਹੈ। ਸਵਈਆ ਸੋ ਪ੍ਰਿਥੀਏ ਮੁਖ ਪੈ ਕਹਿ ਹੈ। ਤੇ ਕੀ ਤੂੰ ਪ੍ਰਿਥੀ ਚੰਦ ਦੇ ਮੂੰਹ ਤੇ ਕਹਿ ਦੇਵੇਂਗਾ ਉਹ ਸਾਰੀ ਗੱਲ? ਸਾਨੂੰ ਜੋ ਕਹਿਣਾ ਹੈ ਵੀ ਮੈਨੂੰ ਪ੍ਰਿਥੀ ਚੰਦ ਨੇ ਘੱਲਿਆ ਤੇ ਅਸੀਂ ਸੱਦ ਲੈਂਦੇ ਹਾਂ ਪ੍ਰਿਥੀ ਚੰਦ ਨੂੰ,
ਕੀ ਤੂੰ ਪ੍ਰਿਥੀ ਚੰਦ ਸਾਡੇ ਭਰਾ ਦੇ ਮੂੰਹ ਤੇ ਇਹ ਸਾਰੀ ਗੱਲ ਕਹਿ ਸਕਦਾ ਹੈ? तेहो देहो मनाए पनीजे मबानी। ਜੇ ਤੂੰ ਸੱਚਾ ਹੈ ਤੇ ਪ੍ਰਿਥੀ ਚੰਦ ਦੇ ਮੂੰਹ ਤੇ ਸਾਰੀ ਗੱਲ ਤੂੰ ਕਹਿ ਦੇਵੀਂ, ਦੱਸ ਦੇਈਂ ਵੀ ਜਿਵੇਂ ਜਿਵੇਂ ਉਹਨੇ ਤੈਨੂੰ ਆਖਿਆ ਸੀ, ਜਾਂ ਜੋ ਸਾਨੂੰ ਦੱਸਦਾ ਸਾਰੀ ਸੰਗਤ ਵਿੱਚ ਪ੍ਰਿਥੀ ਚੰਦ ਦੇ ਮੂੰਹ ਤੇ ਆਖ ਦਵੀਂ। पंच सै दिन कहे तुझको। ਜਿਹੜੇ ਕਹਿਣਾ ਵੀ 500 ਰੁਪਈਆ ਮੈਨੂੰ ਪ੍ਰਿਥੀ ਚੰਦ ਨੇ ਦੇ ਕੇ ਭੇਜਿਆ ਹੈ, बेख कीजे मताही ने सीख सिखानी। ਤੇ ਦੱਸ ਦੇਈਂ ਪ੍ਰਿਥੀ ਚੰਦ ਦੇ ਮੂੰਹ ਤੇ ਵੀ ਤੂੰ ਹੀ ਮੈਨੂੰ ਜ਼ਹਿਰ ਦੇਣ ਵਾਸਤੇ 500 ਰੁਪਈਆ ਦੇਣ ਦਾ ਵਾਅਦਾ ਕੀਤਾ ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣ ਵਾਸਤੇ ਆਖਿਆ ਹੈ ਸੀ। पाप मती जे सके नित है चित। ਕਿਉਂਕਿ ਹੈ ਤਾਂ ਸਾਡਾ ਭਰਾ ਹੀ ਪ੍ਰਿਥੀ ਚੰਦ, ਉਹਦੇ ਮੂੰਹ ਤੇ ਆਖ ਤੂੰ। ਉਹ ਪ੍ਰਿਥੀ ਚੰਦ ਜਿਹਦੇ ਮਨ ਜਿਹੜਾ ਸਦਾ ਹੀ ਪਾਪਾਂ ਵਿੱਚ ਗਲਤਾਨ ਰਹਿੰਦਾ, ਜਿਹਦੀ ਮੱਤ ਪਾਪ ਦੇ ਵਿੱਚ ਰੁੱਝੀ ਰਹਿੰਦੀ ਕਰਨ ਵਿੱਚ। ਈਰਖਾ ਆਗ ਮੈਂ ਦਾਹੇ ਮਹਾਨੀ। ਤੇ ਉਹ ਪ੍ਰਿਥੀ ਚੰਦ ਸਾਡਾ ਭਰਾ ਹੋ ਕਰਕੇ ਈਰਖਾ ਦੀ ਅੱਗ ਵਿੱਚ ਸਦਾ ਸੜਦਾ ਰਹਿੰਦਾ ਹੈ। ਸੰਕਟ ਘੋਰ ਕਨ ਹੋਏ ਤੇ ਦੇਖਤ। ਵੇਖਦਿਆਂ ਹੀ ਸਾਡੀ ਖੁਸ਼ੀ ਵੇਖ ਕੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਰੌਣਕਾਂ ਵੇਖ ਕੇ ਉਹ ਪ੍ਰਿਥੀ ਚੰਦ ਨੂੰ ਸੱਪ ਲੜਦਾ, ਬੜਾ ਸੰਕਟ ਵਿੱਚ ਆ ਜਾਂਦਾ, ਬੜਾ ਦੁੱਖ ਪ੍ਰਾਪਤ ਹੁੰਦਾ ਹੈ। ਕੀਰਤ ਕੋ ਸੁਨ ਕੈ ਸੁਖ ਹਾਨੀ। ਸਾਡੇ ਵਡਿਆਈ ਨੂੰ ਸੁਣ ਕੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਸ਼ੋਭਾ ਸੁਣ ਕੇ ਪ੍ਰਿਥੀ ਚੰਦ ਦਾ ਸੁਖ ਨਾਸ਼ ਹੋ ਜਾਂਦਾ, ਦੁਖੀ ਹੁੰਦਾ ਹੈ। ਵਿਪਰ ਕਹਿਓ ਸੁਨ ਸ਼੍ਰੀ ਗੁਰ ਪੂਰਨ। ਬ੍ਰਾਹਮਣ ਬੋਲਿਆ, ਕਹਿੰਦਾ ਹੈ ਪੂਰੇ ਸੱਚੇ ਪਾਤਸ਼ਾਹ ਜੀ, ਬੇਨਤੀ ਸੁਣੋ ਆਪ। ਜਿਉ ਤੇ ਸੁਨੇ ਮੁਝ ਕੋ ਸਮਝਾਈ। ਕਿ ਜਿਵੇਂ ਹੀ ਮੈਨੂੰ ਪ੍ਰਿਥੀ ਚੰਦ ਨੇ ਸਾਰੀ ਗੱਲ ਸਮਝਾਈ ਸੀ ਜ਼ਹਿਰ ਦੇਣ ਬਾਬਤ, ਤਿਉ ਤੇ ਸੋ ਆਨਨ ਪੈ ਉਚਰਾਂ। ਤੁਸੀਂ ਸੱਦ ਲਓ ਪ੍ਰਿਥੀ ਚੰਦ ਨੂੰ, ਮੈਂ ਸਾਰੀ ਗੱਲ ਪ੍ਰਿਥੀ ਦੇ ਮੂੰਹ ਤੇ ਕਹਿਣ ਨੂੰ ਤਿਆਰ ਹਾਂ, ਸਭ ਦੱਸ ਦੇਵਾਂਗਾ। ਉਹਨੂੰ ਦੱਸ ਦਿਆਂਗਾ ਵੀ ਤੂੰ ਹੀ ਮੈਨੂੰ ਸਭ ਕਰਵਾਇਆ ਹੈ। ਮਮ ਨਾਸ਼ ਕੀਓ ਆਸ ਸੀਖ ਸਿਖਾਈ। ਹਾਂ ਵੀ ਮੈਨੂੰ ਮੇਰਾ ਨਾਸ਼ ਕਰ ਦੇਣ ਲੱਗਾ ਸੈ ਤੂੰ। ਸੱਦੋ ਮਹਾਰਾਜ ਪ੍ਰਿਥੀ ਚੰਦ ਨੂੰ, ਮੈਂ ਕਹਿਣ ਨੂੰ ਤਿਆਰ ਹਾਂ ਵੀ ਮੇਰਾ ਤੂੰ ਬੇੜਾ ਹੀ ਬਹਾ ਦੇਣ ਲੱਗਾ ਸੈ, ਮਾੜੀ ਸਲਾਹ ਦੇ ਕਰਕੇ ਤੂੰ ਨਾਸ਼ ਕਰਵਾ ਦੇਣਾ ਸੀ ਮੇਰਾ। ਇਹੋ ਜੀ ਭੈੜੀ ਸਿੱਖਿਆ ਸਿਖਾਈ ਹੈ। ਮੈਂ ਗੁਜਰਾਨ ਕਰਾਂ ਤੁਮਰੇ ਘਰ। ਤੇ ਹੇ ਸੱਚੇ ਪਾਤਸ਼ਾਹ, ਮੈਂ ਤਾਂ ਤੁਹਾਡੇ ਘਰ ਗੁਜ਼ਾਰਾ ਕਰਦਾ, ਤੁਹਾਡੇ ਘਰ ਤੋਂ ਰਸਤ ਫਸਤ ਲੈ ਕਰਕੇ ਮੇਰੇ ਘਰ ਦਾ ਗੁਜ਼ਾਰਾ ਹੁੰਦਾ ਹੈ। ਭੂਰ ਕਲੰਕ ਦਿਓ ਦੁਖਦਾਈ। ਸੱਚੇ ਪਾਤਸ਼ਾਹ ਮਹਾਰਾਜ ਜੀ, ਮੈਂ ਬੜਾ ਵੱਡਾ ਕਲੰਕ ਆਪਦੇ ਆਪ ਨੂੰ ਲਾ ਲਿਆ ਤੇ ਤੁਹਾਨੂੰ ਬੜਾ ਮਹਾਰਾਜ ਦੁੱਖ ਦਿੱਤਾ ਹੈ। ਮੈਂ ਭਾਰੀ ਦੁੱਖ ਜਿਹੜਾ ਦਿੱਤਾ ਤੁਹਾਨੂੰ, ਤੁਹਾਡੇ ਘਰ ਦਾ ਰਹਿ ਕਰਕੇ, ਤੁਹਾਡੇ ਘਰ ਦਾ ਖਾ ਕਰਕੇ ਤੇ ਨਮਕ ਹਰਾਮੀ ਕੀਤੀ ਹੈ। ਭਾਵੀ ਨੇ ਪ੍ਰੇਰਨ ਕੀਨ ਬੁਰੇ ਮੈਂ। ਹਾਂ ਸੱਚੇ ਪਾਤਸ਼ਾਹ, ਕੀ ਕਰਾਂ ਮਹਾਰਾਜ, ਹੈ ਤਾਂ ਵਫਾਦਾਰ ਸੀ, ਕਦੇ ਮਨ ਡੋਲਿਆ ਨਹੀਂ, ਪਰ ਪਤਾ ਨਹੀਂ ਕੀ ਕਾਰਨ ਬਣਿਆ ਹਜ਼ੂਰ, ਜਿਹੜਾ ਮਨ ਡੋਲ ਗਿਆ, ਜਾਂ ਭਾਵੀ ਨੇ ਕਹਿ ਤੋਂ ਪ੍ਰੇਰ ਕੇ ਮੈਨੂੰ ਤੇ ਮਹਾਰਾਜ ਲੋਭੀ ਬਣਾ ਦਿੱਤਾ ਹੈ ਸੀ। ਦੋਨਾ ਲੋਕ ਮੈਂ ਲੀਨ ਗਵਾਈ। ਤੇ ਬਸ ਖੋਟਾ ਕਰਮ ਉਗੜ ਕੇ ਅੱਗੇ ਆਇਆ ਮਹਾਰਾਜ, ਮੈਂ ਦੋਵੇਂ ਲੋਕ ਵੀ ਗਵਾ ਲਿਆ ਤੇ ਪਰਲੋਕ ਵੀ ਗਵਾ ਲੈਣਾ ਕੀਤਾ ਹੈ। ਦੋਹਰਾ ਸ਼੍ਰੀ ਅਰਜਨ ਦੇ ਜਸੋਂ ਕਹਿਓ। ਸਤਿਗੁਰਾਂ ਨੇ ਸੁਣ ਕੇ ਬ੍ਰਾਹਮਣ ਨੂੰ ਆਖਿਆ ਹੈ, ਮਹਾ ਮੂੜ ਕਿਆ ਕੀਨ। ਇਹ ਮੂਰਖ ਬ੍ਰਾਹਮਣਾ, ਤੂੰ ਇਹ ਸਾਡੇ ਘਰ ਵਿੱਚ ਕੀ ਪਾਪ ਕਰ ਦਿੱਤਾ ਕੀਤਾ ਹੈ। ਸਾਹਿਬ ਜਾਦੇ ਮੋਲ ਕੋ। ਵੀ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਜਿਹੜੇ ਹਨ ਉਹ ਮੁੱਲ ਤੋਂ ਰਹਿਤ ਹਨ, ਤੇ ਉਸ ਅਨਮੋਲ ਸਾਹਿਬਜ਼ਾਦਿਆਂ ਦਾ ਪੰਜ ਸਹਸ ਕਰ ਦੀਨ। ਤੂੰ 500 ਰੁਪਈਆ ਮੁੱਲ ਪਾਇਆ, ਵੀ 500 ਰੁਪਈਏ ਬਦਲੇ ਤੂੰ ਸਾਡਾ ਸਾਹਿਬਜ਼ਾਦਾ ਮਾਰ ਦੇਣਾ ਸੀ ਬ੍ਰਾਹਮਣ। ਕੀ ਸਾਡੇ ਚੰਦ ਵਰਗੇ ਸਾਹਿਬਜ਼ਾਦੇ ਦਾ ਮੁੱਲ ਤੈਂ 500 ਰੁਪਈਆ ਪਾਇਆ? ਐਡਾ ਵੱਡਾ ਪਾਪ ਤੂੰ ਕਮਾਇਆ ਹੈ। ਬਹੁਰ ਕਹਿਓ ਸੰਗ ਦਾਸ ਕੇ। ਫਿਰ ਇਹਨਾਂ ਬਚਨ ਕਹਿ ਕੇ ਨਾ ਮਹਾਰਾਜ ਨੇ ਤੇ ਆਪਦੇ ਇੱਕ ਸਿੱਖ ਨੂੰ ਆਖਿਆ ਹੈ, ਧਾਮ ਪ੍ਰਿਥੀਏ ਜਾਏ। ਜਾ ਸਿੱਖਾ ਇਸ ਤਰ੍ਹਾਂ ਕਰ, ਆ ਪ੍ਰਿਥੀ ਚੰਦ ਸਾਡੇ ਭਰਾ ਵੱਡੇ ਦੇ ਘਰ ਜਾਣਾ ਕਰ, ਅਨਹ ਸਾਥ ਹਕਾਰ ਕੈ। ਤੇ ਉਹਨੂੰ ਨਾਲ ਹੀ ਲੈ ਆਈ, ਆਖਦੇ ਵੀ ਤੁਹਾਨੂੰ ਅਰਜੁਨ ਦੇਵ ਤੁਹਾਡੇ ਭਰਾਤਾ ਸੱਦਦੇ ਐ, ਲੈ ਕਰ ਹਮਨੋ ਨਾਏ। ਸਾਡਾ ਨਾਂ ਲੈ ਦੇਈ ਵੀ ਉਹਨਾਂ ਨੇ
ਇਹ ਪ੍ਰਿਥੀ ਚੰਦ ਤੁਹਾਨੂੰ ਬੁਲਾਉਣਾ ਕੀਤਾ ਹੈ, ਜਾਂ ਸਾਡਾ ਸੁਨੇਹਾ ਲੈ ਕੇ ਜਾ ਪ੍ਰਿਥੀ ਚੰਦ ਦੇ ਕੋਲ ਤੇ ਉਹਨੂੰ ਨਾਲ ਹੀ ਲੈ ਕੇ ਆ ਜਾਵੀਂ। ਕਬਿਤ ਕਰੋ ਸਨਮਾਨ ਬੋਲ ਮਧੁਰ ਮਹਾਨ ਸਾਥ। ਮਹਾਰਾਜ ਕਹਿੰਦੇ ਸਿੱਖਾ ਬੜਾ ਮਿੱਠਾ ਜਿਹਾ ਬੋਲ ਕੇ ਜਾਏ, ਕਿਉਂਕਿ ਪ੍ਰਿਥੀ ਚੰਦ ਵੀ ਸ਼ੈਤਾਨ ਬੜਾ, ਇੱਥੇ ਲੈ ਕੇ ਆ ਉਹਨੂੰ ਤੇ ਮਿੱਠੇ ਬੋਲ ਬੋਲਣੇ ਆ। ਚਲੋ ਫਿਰ ਵੀ ਸਾਥੋਂ ਵੱਡਾ ਹੈ ਤੇ ਸਾਡੀ ਗੱਲ ਹੈ, ਤੁਹਾਨੂੰ ਨਹੀਂ ਇਹਦੇ ਨਾਲ ਕੋਈ ਹੈ। ਤੁਸੀਂ ਮਿੱਠਾ ਬੋਲ ਹੈ ਸਿੱਖਾ ਬੋਲਣਾ ਗੁਰਮੁਖਾ, ਤੇ ਮਿੱਠੇ ਬੋਲ ਬੋਲ ਕੇ ਸਤਿਕਾਰ ਭਾਰੀ ਕਰਦਿਆਂ ਹੋਇਆਂ ਆਨੋ ਹਮ ਧਾਮ ਕੋ ਪ੍ਰਸੰਨਤਾ ਉਪਾਏ ਮਨ। ਤੇ ਮਨ ਵਿੱਚ ਖੁਸ਼ੀ ਖੁਸ਼ੀ ਜਾਣਾ ਹੈ ਤੇ ਪ੍ਰਿਥੀ ਚੰਦ ਭਰਾ ਸਾਡੇ ਨੂੰ ਸਾਡੇ ਘਰ ਵਿੱਚ ਲੈ ਕੇ ਆਓ। ਗਇਓ ਸੋਨ ਦਾਸ ਬੈਠੋ ਪ੍ਰਿਥੀਆ ਆਵਾਸ ਜਿਸ। ਮਹਾਰਾਜ ਦਾ ਹੁਕਮ ਪਾ ਕੇ ਸਿੱਖ ਜਿਹੜਾ ਪ੍ਰਿਥੀ ਚੰਦ ਦੇ ਘਰ ਪਹੁੰਚਿਆ ਤੇ ਜਿੱਥੇ ਪ੍ਰਿਥੀ ਚੰਦ ਬੈਠਾ ਹੈ ਸੀ, ਸੀਸ ਕੋ ਨਿਵਾਏ ਅਭ ਬੰਧਨ ਜੋ ਕੀਨ ਤਿਨ। ਸਿੱਖ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ ਜਾਣ ਕੇ ਪ੍ਰਿਥੀ ਚੰਦ ਨੂੰ ਸੀਸ ਨਵਾ ਕੇ ਨਮਸਕਾਰ ਕੀਤੀ ਹੈ। ਆਪ ਕੋ ਹਕਾਰਨ ਕਰਿਓ ਹੈ ਗੁਰੂ ਅਰਜਨ। ਤੇ ਹੱਥ ਜੋੜ ਕੇ ਬੇਨਤੀ ਕੀਤੀ, ਬਾਬਾ ਪ੍ਰਿਥੀ ਚੰਦ ਜੀ ਤੁਹਾਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬੁਲਾਉਂਦੇ ਆ। ਆਬ ਹੀ ਉਠੀ ਜਾ ਚੱਲ ਮਿਲੀਏ ਬਿਲੰਬ ਬਿਨ। ਤੇ ਉਹ ਕਹਿੰਦੇ ਸੀ ਦੇਰੀ ਤੋਂ ਬਿਨਾਂ ਹੀ ਸਾਨੂੰ ਹੁਣੇ ਆ ਕਰਕੇ ਮਿਲਣਾ ਕਰਨ, ਆਪ ਉਠੋ ਤੇ ਸਾਡੇ ਨਾਲ ਜਾਣਾ ਕਰੋ। ਸੁਣ ਕੇ ਹਰਖ ਕਰ ਗਮਨਿਓ ਗੁਰੂ ਕੇ ਘਰ। ਤੇ ਸੁਣ ਕੇ ਪ੍ਰਿਥੀ ਚੰਦ ਖੁਸ਼ ਜਿਹਾ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨੂੰ ਤੁਰ ਪਿਆ। ਸਿੱਖ ਨਾਲ ਵੀ ਮਨ ਵਿੱਚ ਇਹਨੂੰ ਆਇਆ ਵੀ ਖਰੇ ਬ੍ਰਾਹਮਣ ਨੇ ਉਹ ਕਰ ਦਿੱਤਾ ਕਲਿਆਣ, ਜਿਹੜੇ ਕੰਮ ਨੂੰ ਭੇਜਿਆ ਸੀ ਮੈਂ, ਤਾਂ ਹੀ ਮੈਨੂੰ ਸੱਦਿਆ ਵੀ ਸ਼ਾਇਦ ਉਹਨਾਂ ਦਾ ਸਾਹਿਬਜ਼ਾਦਾ ਚੜ੍ਹਾਈ ਕਰ ਗਿਆ ਹੋਣਾ। ਤੇ ਖੁਸ਼ ਹੋ ਕੇ ਸਿੱਖ ਦੇ ਨਾਲ ਤੁਰ ਪਿਆ ਹੈ। ਮੋਹਿ ਸਾਥ ਕੌਜ ਕਾਨ ਬੂਝੀ ਉਦਾਸ ਪਨ। ਤੇ ਜਾਂਦਾ ਹੋਇਆ ਉਹ ਸਿੱਖ ਨੂੰ ਕਹਿੰਦਾ ਵੀ ਮੇਰੇ ਨਾਲ ਭਰਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਕੀ ਕੰਮ ਪੈ ਗਿਆ ਹੈ। ਮੋਹਿ ਕਉ ਨ ਸੁਧ ਕੋਈ ਪਠਿਓ ਚੱਲ ਆਇਓ ਇਤ। ਸਿੱਖ ਕਹਿੰਦਾ ਇਹ ਬਾਬਾ ਜੀ ਮੈਨੂੰ ਕੋਈ ਸੁੱਧ ਖਬਰ ਨਹੀਂ, ਮੈਨੂੰ ਤਾਂ ਮਹਾਰਾਜ ਨੇ ਭੇਜਿਆ ਹੀ ਤੁਹਾਡੇ ਕੋਲ ਆਇਆ ਹਾਂ। ਐਸੀ ਬਾਤ ਬੋਲਤ ਸੋ ਆਇਓ ਗੁਰ ਧਾਮ ਕੋ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਉਹ ਸਿੱਖ ਪ੍ਰਿਥੀ ਚੰਦ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਘਰ ਆਣ ਪਹੁੰਚਿਆ ਹੈ। ਕੋਠੇ ਮੈਂ ਬਿਠਾਇਓ ਦੇ ਜੋ ਬੋਲੀਏ ਨਾ ਬਾਕ ਤੁਮ। ਇਧਰ ਮਹਾਰਾਜ ਨੇ ਨਾ ਬ੍ਰਾਹਮਣ ਨੂੰ ਇੱਕ ਕਮਰੇ ਕੋਠੇ ਵਿੱਚ ਲਾਗੇ ਬਾ ਛੱਡਿਆ ਸੀ, ਜਿੱਥੇ ਮਹਾਰਾਜ ਦਾ ਆਸਣ ਸੀ, ਤੇ ਲਾਗੇ ਕੋਠੇ ਵਿੱਚ ਉਹ ਬ੍ਰਾਹਮਣ ਨੂੰ ਤਾੜ ਛੱਡਿਆ। ਤੇ ਮਹਾਰਾਜ ਨੇ ਸਮਝਾਇਆ ਸੀ ਵੀ ਤੂੰ ਕੁਝ ਬੋਲਣਾ ਨਹੀਂ ਹੈ, ਜਿੰਨਾ ਸਮਾਂ ਅਸੀਂ ਆਖੀਏ ਨਾ। ਹਮਰੇ ਬੁਲਾਏ ਬਿਨ ਬੈਠੋ ਇੱਕ ਜਾਮ ਕੋ। ਵੀ ਪੈਰ ਕੂ ਤੂੰ ਇੱਥੇ ਐਂ ਹੀ ਬੈਠਾ ਰਹਿ, ਤੇ ਜਦੋਂ ਅਸੀਂ ਆਖਾਂਗੇ ਨਾ ਤੈਨੂੰ ਆਗਿਆ ਹੋਏਗੀ ਬੋਲਣ ਦੀ, ਤੂੰ ਉਦੋਂ ਸਾਰੀ ਗੱਲ ਪ੍ਰਿਥੀ ਚੰਦ ਨੂੰ ਦੱਸਣੀ, ਪਹਿਲਾਂ ਅਸੀਂ ਉਹਦੇ ਨਾਲ ਗੱਲ ਕਰਾਂਗੇ। ਵਿਪਰ ਨੇ ਅਲਾਇਓ ਜੇ ਮੁਆਪ ਨੇ ਬਤਾਇਓ ਤੇ ਤੋ ਬ੍ਰਾਹਮਣ ਕਹਿੰਦਾ ਸਤ ਬਚਨ ਮਹਾਰਾਜ ਉਦਾਂ ਹੀ ਕਰਾਂਗਾ ਜਿਵੇਂ ਆਪ ਜੀਆਂ ਆਖਿਆ ਹੈ। ਬੈਠ ਰਾਹ ਜਾ ਬੋਲੇ ਹੋ ਮਾਮ ਨਾਮ ਕੋ। ਤੇ ਉਹਨਾਂ ਸਮਾਂ ਮਾਰੇ ਮੈਂ ਬੈਠਾ, ਉਦੋਂ ਬਾਹਰ ਆਵਾਂਗਾ ਜਦੋਂ ਮੈਨੂੰ ਨਾਂ ਲੈ ਕੇ ਤੁਸੀਂ ਆਵਾਜ਼ ਮਾਰ ਸੱਦੋਗੇ। ਤਬ ਮੈਂ ਛਪੀ ਨ ਰੱਖਾਂ ਜਥਾਰਥ ਸੋਈ ਹੈ ਪਾਖੋਂ। ਤੇ ਉਦੋਂ ਮੈਂ ਕੋਈ ਗੱਲ ਗੁੱਝੀ ਛੁਪੀ ਨਹੀਂ ਰੱਖਾਂਗਾ, ਜਿਹੜੀ ਗੱਲ ਯਥਾਰਥ ਸੱਚ ਹੋਈ ਨਾ ਯਥਾਰਥ ਹੋਈ ਉਹ ਸਾਰੀ ਮੈਂ ਪ੍ਰਿਥੀ ਚੰਦ ਦੇ ਮੂੰਹ ਤੇ ਆਖਾਂਗਾ। ਮੁਕਰ ਨ ਦੇ ਹੈ ਬਿਗਾੜੋ ਜੇ ਮਕਾਮ ਕੋ। ਮਾਰੇ ਮੈਂ ਮੁਕਰ ਨਹੀਂ ਦਿਆਂਗਾ ਪ੍ਰਿਥੀ ਚੰਦ ਨੂੰ, ਕਿਉਂਕਿ ਮੈਂ ਮੂੰਹ ਤੇ ਉਹਦੇ ਗੱਲ ਸਾਰੀ ਕਰਾਂਗਾ ਵੀ ਜਿਵੇਂ ਉਹ ਸਾਰਾ ਕੰਮ ਵਿਗਾੜ ਰਿਹਾ ਸੀ, ਜਿਵੇਂ ਸਾਰੇ ਕਾਸੇ ਦਾ ਕਰਤਾ ਧਰਤਾ ਪ੍ਰਿਥੀ ਚੰਦ ਹੈ, ਤੁਹਾਡੇ ਘਰ ਦੀਆਂ ਖੁਸ਼ੀਆਂ ਵਿਗਾੜਨ ਵਾਸਤੇ। ਇਤਨੇ ਮੈਂ ਪ੍ਰਿਥੀਆ ਪਹੁੰਚਿਓ ਗੁਰੂ ਪਾਸਵਾਨ। ਇੰਨੇ ਨੂੰ ਬਾਬਾ ਪ੍ਰਿਥੀ ਚੰਦ ਜੀ ਸਤਿਗੁਰਾਂ ਦੇ ਘਰ ਵਿੱਚ ਆਣ ਪਹੁੰਚਿਆ ਹੈ। ਹੇਤ ਸਨਮਾਨ ਕੇ ਉਠੇ ਹੈ ਕੀਨ ਬੰਦਨਾ। ਵੱਡਾ ਭਰਾਤਾ ਜਾਣ ਕੇ ਅਜੇ ਵੀ ਸਾਧ ਸੰਗਤ ਜੀ ਵੇਖ ਲਓ ਗੁਰੂ ਅਰਜਨ ਦੇਵ ਮਹਾਰਾਜ ਦੀ ਨਿਮਰਤਾ। ਐਡਾ ਵਾਕਿਆ ਹੋਣ ਤੋਂ ਬਾਅਦ ਵੀ ਗੁਰੂ ਅਰਜਨ ਦੇਵ ਮਹਾਰਾਜ ਪ੍ਰਿਥੀ ਚੰਦ ਦੇ ਆਏ ਤੇ ਖੜੇ ਹੋ ਗਏ, ਤੇ ਖੜੇ ਹੋ ਕੇ ਵੱਡਾ ਜਾਣ ਕੇ ਸਤਿਕਾਰ ਕੀਤਾ, ਗੋਡੀ ਹੱਥ ਲਾਇਆ ਝੁਕੇ ਹਨ। ਮਧੁਰ ਮਹਾਨ ਕੋ ਬਖਾਨ ਕੈ ਬਿਠਾਇਓ ਤੀਰ। ਤੇ ਬੜਾ ਸਤਿਕਾਰ ਜਿਹਾ ਕਰਕੇ ਨਾ ਮਹਾਰਾਜ ਨੇ ਆਪਦੇ ਲਾਗੇ ਬਿਠਾ ਲਿਆ ਹੈ। ਆਪ ਤੇ ਅਧਿਕ ਕਾਰ ਜਾਨ ਦੁਖ ਕੰਦਨਾ। ਤੇ ਆਪਦੇ ਤੋਂ ਵੱਡਾ ਕਰਕੇ ਜਾਣਾ ਪ੍ਰਿਥੀ ਚੰਦ ਨੂੰ। ਇਹੋ ਜਿਹੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ,
ਜਿਹੜੇ ਸਾਰਿਆਂ ਦੁੱਖਾਂ ਦੇ ਕੰਦਨਾਂ ਕਹੀਏ ਕੱਟਣ ਵਾਲੇ ਹਨ। ਨਮਰ ਹੋਏ ਬੋਲੇ ਭਰਾਤ ਹਮਾਰੇ ਵਿਸਾਲ ਤੁਮ। ਤੇ ਮਹਾਰਾਜ ਨਿਮਰਤਾ ਭਾਵ ਸੁਧ ਹੀ ਪ੍ਰੇਮ ਨਾਲ ਧੀਰੇ ਆਵਾਜ਼ ਵਿੱਚ ਸੱਚੇ ਪਾਤਸ਼ਾਹ ਬੜੇ ਸਹਿਜੇ ਨਾਲ ਬੋਲੇ, ਹੇ ਮੇਰੇ ਭਰਾਤਾ ਵੱਡੇ ਬਾਬਾ ਪ੍ਰਿਥੀ ਚੰਦ ਜੀ, ਵੇਖ ਲਓ ਵੀ ਤੁਸੀਂ ਸਾਡੇ ਵੱਡੇ ਭਰਾ ਰਿਸ਼ਤੇ ਵਿੱਚ ਲੱਗਦੇ ਹੋ। ਆਦਰ ਸਥਾਨ ਸਦਾ ਕਹਿ ਹਮ ਮੰਦਨਾ। ਤੇ ਅਸੀਂ ਤੁਹਾਡਾ ਸਦਾ ਸਤਿਕਾਰ ਕੀਤਾ ਹੈ। ਸਾਡੇ ਵੱਡਿਆਂ ਦੇ ਸਤਿਕਾਰ ਕਰਨ ਦੇ ਥਾਂ ਤੁਸੀਂ ਹੋ। ਤੇ ਅੱਜ ਤੱਕ ਅਸੀਂ ਨਾ ਤੁਹਾਡਾ ਮਾੜਾ ਕੀਤਾ ਹੈ, ਤੇ ਮਾੜਾ ਕਰਨਾ ਦੂਰ ਦੀ ਗੱਲ, ਅਸੀਂ ਮੂੰਹੋਂ ਵੀ ਕਦੇ ਨਹੀਂ ਬੋਲੇ। ਮੂੰਹ ਬੋਲਣਾ ਦੂਰ ਦੀ ਗੱਲ, ਅਸੀਂ ਚਿੱਤ ਵਿੱਚ ਵੀ ਕਦੇ ਬਾਬਾ ਪ੍ਰਿਥੀ ਚੰਦ ਜੀ ਤੁਹਾਡੇ ਕਦੇ ਖਿਲਾਫ ਜਾਂ ਤੁਹਾਡੇ ਪਰਥਾਏ ਮੰਦਾ ਵਿਚਾਰ ਨਹੀਂ ਲੈ ਕੇ ਆਏ। ਦਵੈਸ਼ ਕੋ ਨ ਲੇਸ਼ ਲਾਖੋ ਆਪ ਤੇ ਵਿਸ਼ੇਸ਼ ਹਮ। ਤੇ ਅਸੀਂ ਤੁਹਾਡੇ ਨਾਲੋਂ ਜਿਹੜਾ ਦਵੈਸ਼ ਈਰਖਾ ਲੇਸ਼ ਮਾਤਰ ਵੀ ਤੁਹਾਡੇ ਨਾਲ ਨਹੀਂ ਕਦੇ ਕੀਤੀ। ਆਪ ਤੇ ਵਿਸ਼ੇਸ਼ ਹਮ ਜਾਣਤ, ਜਾਂ ਆਪਦੇ ਤੋਂ ਵਿਸ਼ੇਸ਼ ਹਾਂ ਅਸੀਂ ਤੁਹਾਨੂੰ, ਇਹ ਬਾਬਾ ਪ੍ਰਿਥੀ ਚੰਦ ਜੀ, ਆਪਦੇ ਆਪ ਤੋਂ ਵਿਸ਼ੇਸ਼ ਕਰਕੇ। ਜਾਨਤ ਅਸ਼ੇਸ਼ ਤੁਮ ਬਨਤ ਬਿਲੰਦਨਾ। ਹਾਂ, ਆਪ ਤੇ ਵਿਸ਼ੇਸ਼ ਹਮ ਜਾਣਤ, ਅਰਥਾਂ 'ਚ ਵਿਸ਼ਰਾਮ ਇੱਥੇ ਲੱਗੇਗਾ। ਇਹ ਬਾਬਾ ਪ੍ਰਿਥੀ ਚੰਦ ਜੀ, ਅਸੀਂ ਤੁਹਾਡੇ ਨਾਲ ਈਰਖਾ ਨਹੀਂ ਕਦੇ ਕੀਤੀ, ਤੇ ਆਪਦੇ ਤੋਂ ਵਿਸ਼ੇਸ਼ ਵੱਡਾ ਜਾਣਦੇ ਹਾਂ ਤੁਹਾਨੂੰ, ਆਪਦੇ ਤੋਂ ਸਿਰਮੌਰ ਜਾਣਦੇ ਹਾਂ। ਤੇ ਨਾਲ ਹੀ ਜਿਹੜਾ ਹੈ ਅਸੀਂ ਤਾਂ ਵੱਡਾ ਜਾਣਦੇ ਹਾਂ, ਪਰ ਤੁਸੀਂ ਬਾਬਾ ਪ੍ਰਿਥੀ ਚੰਦ ਜੀ ਸਤਿਕਾਰ ਕਰਾਉਣਾ ਨਹੀਂ ਚਾਹੁੰਦੇ ਆਪਦਾ। ਹੇ ਮੇਰੇ ਵੱਡੇ ਭਰਾਤਾ, ਤੁਸੀਂ ਵੱਡਾ ਬਣ ਕੇ ਖੁਸ਼ ਨਹੀਂ, ਤੁਹਾਨੂੰ ਵੱਡਾ ਵੀ ਬਣਨਾ ਨਹੀਂ ਆਉਂਦਾ ਹੈ। ਵੱਡੋ ਭਰਾਤ ਪਿਤਾ ਕੇ ਸਮਾਨ ਜਗ ਜਾਨੀਅਤ। ਵੀ ਵੱਡਾ ਭਰਾ ਤਾਂ ਸਾਰੇ ਸੰਸਾਰ ਵਿੱਚ ਪਿਓ ਦੇ ਬਰਾਬਰ ਜਾਂ ਪਿਓ ਵਾਂਗੂ ਜਾਣਿਆ ਜਾਂਦਾ ਹੈ। ਹਿਤ ਕੋ ਹਿਤ ਕੇ ਕਰਤ ਇਹੀ ਬਾਰਤਾ ਪ੍ਰਮਾਨ ਕੀ। ਤੇ ਕਹਿੰਦੇ ਵੱਡਾ ਭਰਾ ਸੋਹਣਾ ਹੀ ਤਾਂ ਲੱਗਦਾ ਵੀ ਛੋਟੇ ਭਰਾ ਨੂੰ ਪੁੱਤਰ ਵਾਂਗੂ ਪ੍ਰੇਮ ਕਰੇ, ਤੇ ਛੋਟਾ ਭਾਈ ਜਿਹੜਾ ਵੱਡੇ ਭਰਾ ਨੂੰ ਪਿਓ ਵਾਂਗੂ ਪ੍ਰੇਮ ਕਰੇ। ਇਹੀ ਸੰਸਾਰ ਦੇ ਵਿੱਚ ਰੀਤੀ ਕਾਇਮ ਹੈ। ਸਾਰਾ ਸੰਸਾਰ ਇਹ ਵਾਰਤਾ ਨੂੰ ਪਰ ਵਿਸ਼ੇਸ਼ ਕਰਕੇ ਮੰਨਦਾ। ਭਾਵ ਇਹ ਸਾਰੀ ਜਿਹੜੀ ਵੱਡੇ ਭਰਾ ਛੋਟੇ ਦਾ ਇਹ ਰਿਸ਼ਤਾ ਜਿਹੜਾ ਸਹਿਚਾਰ ਪ੍ਰੇਮ ਹੈ ਨਾ, ਸਭ ਸੰਸਾਰ ਵਿੱਚ ਪ੍ਰਮਾਣਿਕ ਹੈ, ਮੰਨਿਆ ਜਾਂਦਾ ਹੈ। ਬੈਰ ਮਾਮ ਠਾਨ ਤੋ ਹਮਾਰੇ ਸੰਗਤ ਹੋਏ ਤੇਰੋ। ਤੇ ਬਾਕੀ ਪ੍ਰਿਥੀ ਚੰਦ ਜੀ, ਚਲੋ ਜੇ ਵੈਰ ਹੈ ਤੁਹਾਡਾ ਮਨ ਕਰਕੇ, ਤੇ ਸਾਡੇ ਨਾਲ ਵੈਰ ਕਰੋ ਨਾ। ਤੁਹਾਡਾ ਵੈਰ ਜਿਹੜਾ ਸਾਡੇ ਨਾਲ ਹੋਣਾ ਚਾਹੀਦਾ ਹੈ। ਬਾਲਕ ਅਦੋਸ਼ ਨਹੀਂ ਮਿੱਤਰ ਸਤਰ ਜਾਨ ਕੀ। ਤੇ ਸਾਡੇ 5 ਵਰਿਆਂ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ ਕੀ ਦੋਸ਼? ਮਹਾਰਾਜ ਪ੍ਰਿਥੀ ਚੰਦ ਨੂੰ ਪੁੱਛਦੇ, ਹੇ ਭਰਾ ਤੁਸੀਂ ਸਾਡੇ ਵੱਡੇ ਹੋ, ਪਿਓ ਦੀ ਥਾਵੇਂ ਹੋ, ਤੁਹਾਡਾ ਵੈਰ ਠੀਕ ਹੈ। ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਗੁਰਿਆਈ ਦਿੱਤੀ, ਤੇ ਤੁਹਾਡੇ ਮਨ ਵਿੱਚ ਕੋਈ ਈਰਖਾ, ਕਿਉਂਕਿ ਅਸੀਂ ਵੀ ਪਿਤਾ ਜੀ ਦਾ ਬਚਨ ਨਹੀਂ ਮੋੜ ਸਕਦੇ ਸੀ। ਉਹਨਾਂ ਨੇ ਕੀਤਾ ਜੋ ਕੀਤਾ, ਠੀਕ ਹੈ, ਤੁਹਾਡਾ ਵੈਰ ਹੈ, ਵਿਰੋਧ ਕਰੋ ਜੀ ਸਦਕੇ, ਰਜ ਰਜ ਕਰੋ, ਪਰ ਵੈਰ ਵਿਰੋਧ ਤੁਹਾਡਾ ਸਾਡੇ ਨਾਲ ਹੋਵੇ। ਸਾਡੇ 5 ਵਰਿਆਂ ਦੇ ਸਾਹਿਬਜ਼ਾਦੇ ਦਾ ਕੀ ਦੋਸ਼? ਉਹਦੇ ਨਾਲ ਤੁਸੀਂ ਕਿਉਂ ਐ ਪਾਪ ਕਮਾ ਰਹੇ ਹੋ? ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਉਹ ਤਾਂ 5 ਸਾਲ ਦਾ ਬੱਚਾ ਤਾਂ ਕੀ ਜਾਣਦਾ, ਨਾ ਨੂੰ ਮਿੱਤਰ ਦੀ ਪਰਖ ਹੁੰਦੀ ਨਾ ਦੁਸ਼ਮਣ ਦੀ ਪਰਖ। ਉਹ ਤਾਂ ਸਾਧ ਸੁਭਾਅ ਹੁੰਦਾ ਬੱਚਾ, ਤਾਂ ਵੈਸੇ ਬ੍ਰਹਮ ਗਿਆਨੀ ਹੁੰਦਾ, ਨਾ ਚੰਗੇ ਦੀ ਪਰਖ ਨਾ ਮਾੜੇ ਦੀ ਪਰਖ। ਵੈਰ ਕਰੋ ਸਾਡੇ ਨਾਲ ਕਰੋ, ਹਰਗੋਬਿੰਦ ਸਾਹਿਬ ਨਾਲ ਤੁਹਾਡਾ ਕੋਈ ਮਤਲਬ ਹੱਕ ਨਹੀਂ ਬਣਦਾ ਸੀ। ਖੋਟੋ ਕਾਮ ਕੀਨ ਵੇਖ ਦਿਸੋਂ ਦਿਵਾਏ ਦੀਨ। ਤੇ ਤੁਸੀਂ ਚੰਗਾ ਨਹੀਂ ਕੀਤਾ, ਮਾੜਾ ਕੰਮ ਬੜਾ ਕੀਤਾ, ਭੈੜੀ ਕੀਤੀ ਹੈ। ਸਾਡੇ ਘਰ ਦੇ ਖੜਾਵੇ ਬ੍ਰਾਹਮਣ ਨੂੰ ਲਾਲਚ ਦੇ ਕੇ ਸਾਡੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਨੂੰ ਤੂੰ ਦਹੀਂ ਵਿੱਚ ਜ਼ਹਿਰ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਪਰ ਕੋਲ ਬਾਏ ਨੀਨ ਪ੍ਰੇਰਿਓ ਗੁਰਬਾਨ ਕੀ। ਤੇ ਤੂੰ ਬ੍ਰਾਹਮਣ ਨੂੰ ਜਿਹੜਾ ਵੈ ਪ੍ਰੇਰਨਾ ਕੀਤਾ, ਤੇ ਦੁਰ ਖੋਟੀ ਜਿਹੜੀ ਬਾਣ ਆਦਤ ਕੀਤੀ, ਖੋਟੀ ਚਾਲ ਕੀਤੀ ਹੈ ਤੈਂ ਪ੍ਰਿਥੀ ਚੰਦ, ਜਾਂ ਖੋਟਿਆਂ ਵਾਲੀ ਬਾਣ ਤੂੰ ਰੱਖੀ ਹੈ। ਮਾੜਿਆਂ ਭੱਦਰ ਜਿਹੜੇ ਭੈੜੇ ਪੁਰਸ਼ਾਂ ਵਾਲੀ ਤੈਂ ਨੇ ਇਹ ਰੱਖੀ ਹੈ ਆਦਤ, ਵੀ ਲਾਲਚ ਦਿੱਤਾ ਬ੍ਰਾਹਮਣ ਨੂੰ ਸਾਡੇ ਸਾਹਿਬਜ਼ਾਦੇ ਨੂੰ ਦਹੀਂ ਦੇਣ ਵਾਸਤੇ। ਲਾਜ ਨਾ ਜਹਾਨ ਕੀਨ ਕੀਨ ਕੋਲ ਹਕਾਨ ਕੀ। ਤੁਸੀਂ ਤਾਂ ਮੇਰੇ ਭਰਾ ਦਾ ਨਾਂ ਤਾਂ ਸੰਸਾਰ ਦੀ ਲੱਜਾ ਸ਼ਰਮ ਕੀਤੀ, ਤੇ ਫਿਰ ਇਹ ਵੀ ਸ਼ਰਮ ਨਹੀਂ ਕੀਤੀ ਵੀ ਸਾਡੀ ਕੁੱਲ ਕਿਹੜੀ, ਲੋਕ ਕੀ ਆਖਣਗੇ ਵੀ ਗੁਰੂ ਰਾਮਦਾਸ ਦੇ ਪੁੱਤਰ ਦੇ ਕੰਮ ਨੇ ਭਲਾ ਇਹ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਦੇ ਕੰਮ ਹੈ ਵੀ ਉਹ ਵੈਰ ਕਰਦਾ ਤੇ ਬੱਚੇ ਨੂੰ ਜ਼ਹਿਰ ਦਿਵਾਉਂਦਾ। ਤੇ ਬੱਚੇ ਕਿਹੜੇ ਨੂੰ ਜ਼ਹਿਰ ਦਿਵਾਉਂਦਾ? ਆਪਦੇ ਭਤੀਜੇ ਨੂੰ, ਭਰਾ ਦੇ ਪੁੱਤ ਨੂੰ।
ਇਹ ਸੋਭਾ ਦਿੰਦਾ ਭਲਾ ਪ੍ਰਿਥੀ ਚੰਦ ਜੀ, ਤੁਸੀਂ ਸ਼ਰਮ ਹੀ ਲਾ ਦਿੱਤੀ ਹੈ। ਨਾ ਤਾਂ ਸੰਸਾਰ ਦੀ ਕੋਈ ਲਾਜ ਰੱਖੀ ਤੇ ਨਾ ਹੀ ਆਪਦੀ ਕੁਲ ਦੀ ਸੋਢ ਵੰਸ਼ ਦੀ ਕੋਈ ਲੱਜਾ ਸ਼ਰਮ ਨਹੀਂ ਕੀਤੀ ਹੈ। ਨਾ ਰੀਤ ਦਇਆਵਾਨ ਕੀ, ਨਾ ਪਾਪ ਕੀ ਪਛਾਨ ਕੀ। ਤੁਸੀਂ ਦਇਆਵਾਨਾਂ ਵਾਲੀ ਕੋਈ ਰੀਤੀ ਨਹੀਂ ਰੱਖੀ ਮਨ ਵਿੱਚ। ਦਇਆਵਾਨਾਂ ਵਾਂਗੂ ਵਰਤੇ ਹੀ ਨਹੀਂ ਵੀ 5 ਸਾਲ ਦਾ ਬੱਚਾ ਦਹੀਂ ਖਾ ਕੇ ਕਿਵੇਂ ਤੜਫ ਤੜਫ ਕੇ ਮਰੇਗਾ। ਜਰਾ ਖਿਆਲ ਕੀਤਾ। ਫਿਰ ਪਾਪ ਕੀ ਪਛਾਣ ਕੀ। ਹੇ ਭਰਾਤਾ, ਇਥੋਂ ਤੀਕਰ ਤੁਸੀਂ ਪਾਪ ਦੀ ਪਛਾਣ ਵੀ ਨਹੀਂ ਕੀਤੀ, ਦਇਆ ਤਾਂ ਦੂਰ ਰਹੀ। ਵੀ ਚਲੋ ਦਇਆ ਨਹੀਂ ਆਈ, ਇਹ ਤਾਂ ਪਛਾਣ ਕਰੋ ਵੀ ਕਿੱਡਾ ਵੱਡਾ ਪਾਪ ਹੈ ਬਾਲਕ ਮਾਰਨਾ 5 ਵਰ੍ਹਿਆਂ ਦਾ, ਜਿਹਦੇ ਮਨ ਵਿੱਚ ਕੋਈ ਦੁਸ਼ਮਣ ਮਿੱਤਰ ਦੀ ਪਰਖ ਨਹੀਂ ਹੈ। ਇਹ ਤੁਸਾਂ ਨੇ ਤਾਂ ਪਾਪ ਕਰਨ ਲੱਗਿਆਂ ਪਾਪ ਦੀ ਵੀ ਪਛਾਣ ਨਹੀਂ ਕੀਤੀ। ਜਾਮ ਕੋ ਨਾ ਜਾਣਿਓ, ਨਾ ਕਲੰਕ ਕੋ ਪ੍ਰਮਾਨਿਓ। ਨਾ ਤਾਂ ਤੁਸੀਂ ਕਲੰਕ ਨੂੰ ਪਰ ਵਿਸ਼ੇਸ਼ ਕਰਕੇ ਮੰਨਿਆ ਵੀ ਬੜਾ ਭੈੜਾ ਕਲੰਕ ਲੱਗੇਗਾ ਮੱਥੇ ਤੇ ਜਮ ਦਾ ਵੀ ਡਰ ਨਹੀਂ ਸਿਆ ਵੀ ਜਮਾਂ ਦੇ ਪਾਸ ਮੇਰਾ ਕੀ ਹਾਲਤ ਹੋਵੇਗੀ ਜਦੋਂ ਪਰਮੇਸ਼ਰ ਲੇਖਾ ਕਰੇਗਾ। ਉਸ ਪਰਮੇਸ਼ਰ ਦੀ ਦਰਗਾਹ ਜਮਰਾਜੇ ਦਾ ਕੋਈ ਤੁਸਾਂ ਨੇ ਡਰ ਨਹੀਂ ਮੰਨਿਆ ਹੈ। ਹਵੈ ਅਜਾਨ ਹਿਤ ਹਾਨਿਓ, ਕਾਜ ਠਾਨਿਓ ਮਤ ਮੰਦ ਕੋ। ਤੇ ਭੈੜੇ ਮਨੁੱਖਾਂ ਵਾਲਾ, ਭੈੜੀ ਮਤ ਵਾਲਾ ਤੁਸੀਂ ਕੰਮ ਕੀਤਾ ਹੈ। ਅਣਜਾਣ ਹਿਤ ਹਾਨਿਓ, ਤੇ ਜਿਵੇਂ ਅਣਜਾਣ ਹੁੰਦੇ ਨਾ ਕੋਈ ਭੋਲੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਉਹ ਤੁਸੀਂ ਮੂਰਖਾਂ ਵਾਂਗੂ ਸਾਡਾ ਦੋਵਾਂ ਭਾਈਆਂ ਦਾ ਪ੍ਰੇਮ ਦੂਰ ਅੱਜ ਕਰ ਦਿੱਤਾ ਹੈ। ਅਸੀਂ ਬਹੁਤ ਪ੍ਰੇਮ ਕਰਦੇ ਸੀ ਤੁਹਾਡਾ, ਤੁਸੀਂ ਉਹ ਪ੍ਰੇਮ ਵੀ ਅੱਜ ਮਾਰ ਕੇ ਰੱਖ ਦਿੱਤਾ ਹੈ। ਰਾਖੇ ਗੁਰੂ ਨਾਨਕ ਸਹਾਇ ਪਿਆਨ ਕਰ। ਤੇ ਗੁਰੂ ਨਾਨਕ ਪਾਤਸ਼ਾਹ ਜੀ ਸਾਡੇ ਪੁੱਤਰ ਦੇ, ਸਾਹਿਬਜ਼ਾਦੇ ਦੇ ਸਹਾਇਤਾ ਕਰਨ ਵਾਲੇ ਹੋਏ। ਉਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਆ ਕਰਕੇ ਬੜੀ ਰੱਖਿਆ ਕੀਤੀ ਹੈ। ਤੇਰੇ ਮੁਖ ਕਾਲਖ ਲਗਾਈ ਜਿਮ ਚੰਦ ਕੋ। ਤੇ ਹੇ ਪ੍ਰਿਥੀ ਚੰਦ ਭਰਾਤਾ, ਸਾਡੇ ਸਾਹਿਬਜ਼ਾਦੇ ਤਾਂ ਬਚ ਗਏ ਪਰ ਤੇਰੇ ਪੱਲੇ ਨਹੀਂ ਰਿਹਾ ਕੱਖ। ਤੇਰੇ ਮੂੰਹ ਤੇ ਉਹ ਕਾਲਖ ਮਲੇਗੀ, ਮੂੰਹ ਤੇਰਾ ਇਸ ਤਰ੍ਹਾਂ ਕਾਲਾ ਹੋਇਆ ਜਿਵੇਂ ਚੰਦ ਹੁੰਦਾ ਤਾਂ ਹੁਣ ਸ਼੍ਰੇਸ਼ਠ ਹੀ ਹੈ ਨਾ। ਸੋਹਣਾ ਸੋਹਣਾ ਕਹਿੰਦੇ ਚੰਦ, ਪਰ ਵੇਖੀਏ ਜਿਵੇਂ ਸੋਹਣੇ ਚੰਦ ਨੂੰ ਕਲੰਕ ਲੱਗਾ ਹੈ। ਤੂੰ ਗੁਰੂ ਰਾਮਦਾਸ ਮਹਾਰਾਜ ਦੇ ਸਾਹਿਬਜ਼ਾਦੇ ਵੱਡੇ ਪੁੱਤਰ ਹੋ ਤੁਸੀਂ, ਹੈ ਤਾਂ ਸ੍ਰੇਸ਼ਟ ਕੁਲ, ਜਿਵੇਂ ਚੰਦ ਨੂੰ ਕਲੰਕ ਲੱਗਾ ਹੋਇਆ। ਇਹ ਕਲੰਕ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੀ ਕੁਲ ਵਿੱਚ ਪੈਦਾ ਹੋ ਕੇ ਉਹਨਾਂ ਦੇ ਪੁੱਤਰ ਕਹਾ ਕੇ ਜਾਂ ਪੁੱਤਰ ਕਹਾ ਲੈਣਾ, ਇਹ ਚੰਦ ਵਾਂਗੂ ਹੈ। ਤੇ ਜਿਹੜਾ ਕੰਮ ਤੁਸੀਂ ਕੀਤਾ ਹੈ, ਇਹ ਮੰਨ ਲਓ ਵੀ ਜਿਵੇਂ ਚੰਦ ਨੂੰ ਕਲੰਕ ਲੱਗਾ ਹੁੰਦਾ ਹੈ। ਨਿਟੈ ਨਾ ਪਖਾਰੀ ਦਿਨੋ ਦਿਨ ਹੋਏ ਕਾਰੀ ਬਾਹਾ। ਇਹ ਮੂੰਹ ਕਾਲਾ ਜਿਹੜਾ ਤੁਸੀਂ ਕਰਵਾਇਆ ਨਾ ਆਪਦਾ ਆਪ ਹੀ ਪਾਪ ਕਰਕੇ, ਇਹ ਦਿਨੋਂ ਦਿਨ ਹੋਰ ਗੂੜਾ ਹੋਵੇਗਾ, ਮਿਟੇਗਾ ਨਹੀਂ ਸਮਾਂ ਪਾ ਕੇ। ਜਿਵੇਂ ਮਰਜ਼ੀ ਹੁਣ ਝੂਠ ਬੋਲ ਕੇ ਵਲ ਛਲ ਕਰਕੇ ਧੋ ਲਿਆ ਜੇ, ਇਹ ਲੱਗਾ ਕਲੰਕ ਤੁਹਾਡਾ ਧੁਪੇਗਾ ਨਹੀਂ। ਆਪ ਜਸ ਭਾਰੀ ਦੁਖ ਕਾਰੀ ਲੈ ਬਿਲੰਦ ਕੋ। ਤੇ ਬੜਾ ਤੁਹਾਡਾ ਅਪਜਸ ਨਿੰਦਾ ਹੁਣ ਸੰਸਾਰ ਵਿੱਚ ਹੋਇਆ ਕਰੇਗੀ, ਬਹੁਤ ਨਿੰਦਾ ਹੋਵੇਗੀ, ਭਾਰੀ ਦੁੱਖ ਮਿਲੇਗਾ, ਬੜਾ ਵੱਡਾ ਦੁੱਖ ਸਹਿਣਾ ਪਏਗਾ ਨਿੰਦਾ ਦਾ। ਹੰਸਣ ਕੇ ਕੀਚ ਜਿਮ ਕਾਲਮੀ ਕਮਲ ਬੀਚ। ਤੁਹਾਡੀ ਹਾਲਤ ਐ ਹੋਏਗੀ ਜਿਵੇਂ ਹੰਸਨ ਕੋ ਕੀਚ, ਵੀ ਭਾਵ ਜਿਵੇਂ ਹੰਸਾਂ ਨੂੰ ਕੀਚ ਚਿੱਕੜ, ਜਿਮ ਕਰਦਮ ਕਮਲ ਬੀਚ। ਜਿਵੇਂ ਜਿਹੜਾ ਹੈ ਕਮਲ ਉਹ ਚਿੱਕੜ ਵਿੱਚ ਹੁੰਦਾ, ਤੇ ਹੰਸ ਵੀ ਚਿੱਕੜ ਵਿੱਚ ਰਵੇ ਤੇ ਕਮਲ ਕਾਈ ਵਿੱਚ ਰਵੇ, ਜਾਲੇ ਵਿੱਚ, ਕੋਈ ਫਰਕ ਨਹੀਂ ਪੈਂਦਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਪ੍ਰਿਥੀ ਚੰਦ, ਇਹਦਾ ਕੁਝ ਨਹੀਂ ਵਿਗੜਨਾ। ਜਿਵੇਂ ਹੰਸ ਦਾ ਵਿੱਚ ਰਹਿ ਕੇ ਤੇ ਕਮਲ ਦਾ ਜਾਲੇ ਵਿੱਚ ਰਹਿ ਕੇ ਕੁਝ ਨਹੀਂ ਵਿਗੜਦਾ, ਤੇ ਡੱਡੂ ਕਮਲ ਨੂੰ ਛੱਡ ਕੇ ਜਾਲਾ ਖਾਂਦਾ। ਇਸ ਤਰ੍ਹਾਂ ਪ੍ਰਿਥੀ ਚੰਦ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਵਡਿਆਈਆਂ ਲੈਣ ਦੀ ਬਜਾਏ ਹੈ ਤੇ ਪੁੱਤਰ ਸੀ ਗੁਰੂ ਰਾਮਦਾਸ ਮਹਾਰਾਜ ਦੇ, ਪਰ ਤੂੰ ਇਹ ਮੇਰੇ ਭਰਾ ਦਾ ਉਹ ਡੱਡੂ ਵਾਲੀ ਕੀਤੀ, ਜਿਵੇਂ ਡੱਡੂ ਨੂੰ ਕਮਲ ਦੀ ਕੋਈ ਸਾਰ ਕਦਰ ਨਹੀਂ ਤੇ ਜਾਲਾ ਹੀ ਖਾਂਦਾ। ਤੇ ਉਹ ਸੋਭਾ ਇੱਥੋਂ ਸਿੱਖ ਸਾਰੇ ਖੱਟ ਖੱਟ ਕੇ ਜਾਂਦੇ, ਗੁਰੂ ਨਾਨਕ ਦੇ ਘਰ ਚੋਂ ਸੇਵਾ ਕਰਕੇ ਸਿੱਖ ਹੋ ਕੇ ਸੋਭਾ ਖੱਟ ਜਾਂਦੇ। ਤੈਨੇ ਪੁੱਤਰ ਹੋ ਕੇ ਨਿੰਦਾ ਖੱਟ ਲਈ ਹੈ, ਉਹ ਡੱਡੂ ਵਾਲੀ ਰੀਤੀ ਕੀਤੀ ਹੈ। ਤਿਮ ਬੁੱਧ ਨੀਚ ਤੇਰੀ ਕਰ ਛੰਦ ਬੰਦ ਕੋ। ਹਾਂ, ਉਵੇਂ ਤੇਰੀ ਬੁੱਧੀ ਨੀਚ ਹੈ, ਮਤ ਤੇਰੀ ਛੰਦ ਬੰਦ ਨੂੰ, ਭਾਵ ਜਿਹੜੇ ਚਲਾਕੀਆਂ ਤੇ ਇਧਰੋਂ ਲਾਉਣੀ ਬੁਝਾਉਣੀ ਇਹ ਤੈਨੂੰ ਆਉਂਦੀ ਹੈ, ਇਹ ਤੂੰ ਕਰਦਾ ਰਹਿਆ ਹੈ। ਲਾਗਿਓ ਏਕ ਅੰਕ ਹੀ ਕਲੰਕ ਮੁਖ ਤੇਰੇ ਆਪ। ਤੇ ਇਸ ਤਰ੍ਹਾਂ ਤੇਰੇ ਮੂੰਹ ਨੂੰ ਜਿਹੜਾ ਬੜਾ ਭਾਰੀ ਕਲੰਕ ਜਿਹੜਾ ਹੁਣ ਲੱਗਿਆ ਹੋਇਆ ਮੁਖ ਤੇ
ਕਾਲਸ ਮਲੀ ਗਈ ਹੈ। ਰਾਹ ਚਿਰ ਕਾਲ ਦਹਿ ਚਿਤ ਕੋਲ ਸੁਨ ਸੁਨ। ਤੇ ਇਹ ਕਲੰਕ ਥੋੜਾ ਟਾਈਮ ਨਹੀਂ, ਬਹੁਤ ਲੰਮਾ ਸਮਾਂ ਰਹੇਗਾ। ਤੇ ਸਾਰੇ ਸਿੱਖ ਇਹ ਤੇਰੀ ਨਿੰਦਾ ਸੁਣ ਸੁਣ ਕੇ, ਤੇਰੇ ਕਲੰਕਾਂ ਦੀਆਂ ਕਥਾਵਾਂ ਸੁਣ ਸੁਣ ਕੇ, ਖੋਟ ਤੋ ਜੋ ਜਾਣੈ ਮਾਉਣ ਠਾਨੈ ਨਾ ਬਖਾਨੈ ਕਛ। ਸਾਰੇ ਸਿੱਖ ਖੋਟਾ ਜਾਣਿਆ ਕਰਨਗੇ। ਜਿਹੜੇ ਤੇਰੇ ਵਾਲੇ ਹੋਣਗੇ ਨਾ, ਤੇਰੀ ਅੰਸ ਬੰਸ ਵੀ ਪ੍ਰਿਥੀ ਚੰਦ, ਉਹ ਜਦੋਂ ਤੇਰੀ ਨਿੰਦਿਆ ਸੁਣਿਆ ਕਰੂ ਨਾ, ਸਾਡੇ ਸਿੱਖਾਂ ਉੱਤੇ ਤੇ ਬੋਲਣ ਨੂੰ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਬੋਲਣਗੇ ਤਾਂ ਨਾ ਜੇ ਤੂੰ ਕੋਈ ਚੱਜ ਦਾ ਕੰਮ ਕੀਤਾ ਹੋਵੇਗਾ। ਉਹ ਚੁੱਪ ਕਰ ਜਾ ਕਰਨਗੇ ਤੇ ਜਾਣਨਗੇ ਵੀ ਵਾਕਈ ਸਿੱਖ ਸੱਚੀ ਨਿੰਦਾ ਕਰਦੇ ਆ, ਸੱਚੀਆਂ ਹੀ ਧਰਕਾਰਾਂ ਦਿੰਦੇ ਆ ਸਾਡੇ ਪੁਰਖੇ ਪ੍ਰਿਥੀ ਚੰਦ ਨੂੰ, ਕਿਉਂਕਿ ਉਹਨੂੰ ਕੋਈ ਚੰਗਾ ਕੰਮ ਨਹੀਂ ਕੀਤਾ। ਤੇਰਾ ਵੀ ਟੱਬਰ ਜਿਹੜਾ ਤੇਰਾ ਕੁਲ ਹੈ, ਉਹ ਵੀ ਸਿੱਖਾਂ ਅੱਗੇ ਚੁੱਪ ਰਿਹਾ ਕਰੇਗੀ, ਤੈਨੂੰ ਮਾੜਾ ਜਾਣੇਗੀ। ਸੰਗਤਾਂ ਮਝਾਰ ਪਛਤਾਵੈ ਸੀਸ ਤੁਨ ਤੁਨ। ਤੇ ਸੰਗਤਾਂ ਦੇ ਵਿੱਚ ਪਛਤਾਇਆ ਕਰਨਗੇ ਤੇਰੀ ਕੁਲ ਦੇ ਲੋਕ, ਸਿਰ ਧੁਨਿਆ ਕਰਨਗੇ, ਸਿਰ ਆਪਦਾ ਪਟਿਆ ਕਰਨਗੇ, ਮੱਥੇ ਤੇ ਹੱਥ ਮਾਰਿਆ ਕਰਨਗੇ ਵੀ ਅਸੀਂ ਕਾਹਨੂੰ ਐਸੇ ਭੈੜੇ ਪ੍ਰਿਥੀ ਚੰਦ ਦੀ ਕੁਲ ਵਿੱਚ ਜੰਮਣਾ ਸੀ, ਜਾਂ ਸਾਡੀ ਕਿਤੇ ਪੁਰਖਾ ਨਾ ਹੀ ਹੁੰਦਾ ਪ੍ਰਿਥੀ ਚੰਦ ਵਰਗਾ। ਸੁਣੈ ਗੁਰ ਸਿੱਖ ਦੀਨੀ ਬਾਲਕ ਕੋ ਵੇਖ ਇਨ। ਸੁਣਨਗੇ ਸਾਰੇ ਵੀ ਗੁਰੂ ਜਿੰਨੇ ਸਾਡੇ ਗੁਰਸਿੱਖ ਹੈ ਨਾ, ਪ੍ਰਿਥੀ ਚੰਦ ਸੁਣਿਆ ਕਰਨਗੇ ਵੀ ਇਹ ਪ੍ਰਿਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਨੂੰ ਜ਼ਹਿਰ ਦਿੱਤੀ ਸੀ ਦਹੀਂ ਵਿੱਚ ਪਾ ਕਰਕੇ। ਚਾਹੇਂਗੇ ਨਾ ਮੁਖ ਪੇਖ ਦੋਸ਼ ਮਹਾਗੁਣ ਗਨ। ਤੇ ਸਾਰੇ ਤੇਰੇ ਦੋਸ਼ਾਂ ਔਗਣਾਂ ਨੂੰ ਜਾਣ ਕੇ ਵਿਚਾਰ ਕੇ ਤੇਰੇ ਮੱਥੇ ਲੱਗਣਾ ਨਹੀਂ ਚਾਹਣਗੇ। ਸਿੱਖ ਤੇਰੇ ਮੱਥੇ ਨਹੀਂ ਲੱਗਿਆ ਕਰਨਗੇ ਤੇ ਇਥੋਂ ਟਾਲਾ ਕਰਿਆ ਕਰਨਗੇ। ਨਿੰਦ ਕੋ ਉਚਾਰੈ ਤੇਰੀ ਕ੍ਰਿਤ ਕੋ ਕਿਤੀ ਘਾਰੈ ਸਭ। ਤੇ ਕੀਤੇ ਹੋਏ ਤੇਰੇ ਕੰਮਾਂ ਨੂੰ ਸਾਰੇ ਸਿੱਖ ਜਿਹੜੇ ਆ ਲਾਹਣਤਾਂ ਪਾਇਆ ਕਰਨਗੇ। ਕੰਮ ਤੇਰੇ ਕੀਤੇ ਪਾਪਾਂ ਨੂੰ ਲਾਹਣਤਾਂ ਪਾਉਣਗੇ, ਕੋਈ ਵੀ ਤੇਰੀ ਸਲਾਹੁਤਾ ਨਹੀਂ ਕਰਿਆ ਕਰੇਗਾ। ਇਸ ਤੋਂ ਆਦਿਕ ਨਿੰਦ ਕੋ ਉਚਾਰ ਹੈ, ਤੇਰੀ ਨਿੰਦਿਆ ਨੂੰ ਸਾਰੇ ਉਚਾਰਿਆ ਕਰਨਗੇ। ਤੇਰੇ ਕੀਤੇ ਪਾਪਾਂ ਨੂੰ ਜਦੋਂ ਸਿੱਖ ਸੁਣਿਆ ਕਰਨਗੇ, ਕਥਾਵਾਂ ਕਿਸੇ ਤੋਂ ਵਿਚਾਰਿਆ ਪੜ੍ਹਿਆ ਕਰਨਗੇ, ਉਦੋਂ ਤੈਨੂੰ ਸਾਰੇ ਹੀ ਸਿੱਖ ਤ੍ਰਿਗ ਪਾਉਣਗੇ, ਲਾਣਤਾਂ ਪਾਵਣਗੇ। ਫੈਲੇ ਜਗ ਸਾਰਾ ਭਣ ਆਪਸ ਮੈਂ ਪੁਨ ਪੁਨ। ਤੇ ਇਹ ਗੱਲ ਗੁੱਝੀ ਛਿਪੀ ਨਹੀਂ ਰਹੇਗੀ। ਇੱਕ ਦੂਜੇ ਨੂੰ ਸਿੱਖ ਪੁਨਾ ਪੁਨਾ ਸੁਣਾਇਆ ਕਰਨਗੇ, ਵਾਰ 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 ਵਾਰ। ਜਦੋਂ ਕੋਈ ਧੋਖਾ ਧੜੀ ਦੀ ਗੱਲ ਆਵੇਗੀ, ਪਾਪੀਆਂ ਚੋਂ ਪਾਪੀ ਗਿਣਿਆ ਜਾਵੇਗਾ। ਇਹ ਗੱਲ ਗੁੱਝੀ ਛਿਪੀ ਨਹੀਂ ਰਹੇਗੀ। ਸਿੱਖ ਆਪਸ ਵਿੱਚ ਇੱਕ ਦੂਜੇ ਨੂੰ ਸੁਣਾਇਆ ਸੁਣਿਆ ਕਰਨਗੇ। ਕ੍ਰੋਧ ਕਾਰ ਸ਼ੋਭ ਸੋ ਹੰਕਾਰ ਧਾਰ ਬੋਲਿਓ ਤਬ। ਤੇ ਹੁਣ ਪ੍ਰਿਥੀ ਚੰਦ ਸੁਣ ਕੇ ਐਨ ਲੋਹਾ ਲਾਖਾ ਹੋ ਗਿਆ। ਬੜਾ ਦੁੱਖ ਲੱਗਿਆ ਮਹਾਰਾਜ ਤੋਂ ਸੁਣ ਕੇ। ਲਾਲ ਜੇ ਨੇਤਰ ਕਰਕੇ ਅੱਗੋਂ ਬੜਾ ਔਖਾ ਹੋ ਕੇ ਹੰਕਾਰ ਸਹਿਤ ਬੋਲਿਆ ਹੈ। ਝੂਠੇ ਉਪਲੰਬ ਦੇ ਤੋ ਆਪ ਤੇ ਬਣਾਏ ਕਰ। ਕਹਿੰਦਾ ਉਹ ਗੁਰੂ ਅਰਜਨ ਦੇਵ, ਤੁਸੀਂ ਝੂਠੇ ਹੀ ਲਾਮੇ ਮੇਰੇ ਮੱਥੇ ਮੜੀ ਜਾਂਦੇ ਹੋ। ਕਲੰਕ ਜਿਹੜੇ ਆ ਆਪਦੇ ਢਿੱਡੋਂ ਹੀ ਗੱਲਾਂ ਬਣਾ ਬਣਾ ਕੇ ਮੇਰੇ ਮੱਥੇ ਕਲੰਕ ਲਾਉਂਦੇ ਹੋ। ਹਮਰੋ ਬਿਗਾਰਿਓ ਕਾਹਾਂ ਜਾਂਤੇ ਵੇਖ ਦੇਨ ਚਾਹਾ। ਵੀ ਹਰਗੋਬਿੰਦ ਨੇ ਸਾਡਾ ਕੀ ਵਿਗਾੜਿਆ ਭਲਾ, ਜਿਹੜਾ ਅਸੀਂ ਜ਼ਹਿਰ ਦੇ ਕੇ ਉਹਨੂੰ ਮਾਰਨਾ ਸੀ। ਸਾਡਾ ਭਲਾ ਉਹ ਬਾਲਕ ਕੁਝ ਨਹੀਂ ਲੱਗਦਾ। ਸਾਡਾ ਕੀ ਉਹਨੇ ਕੁਝ ਵਿਗਾੜਿਆ ਜਿਹੜਾ ਨਾ ਉਹਨੂੰ ਅਸੀਂ ਜ਼ਹਿਰ ਦੇ ਕੇ ਮਰਵਾਉਣ ਨੂੰ ਫਿਰਦੇ। ਮੇਰੋ ਨਾਮ ਕੌਣ ਲੇਤ ਦ્વੈਸ਼ ਉਪਜਾਏ ਕਰ। ਮੇਰਾ ਨਾਂ ਕੌਣ ਲੈਂਦਾ, ਕੌਣ ਕਹਿੰਦਾ ਮੈਂ ਇਹ ਸਭ ਕੁਝ ਕੀਤਾ। ਕਿਹੜੇ ਮਨ ਵਿੱਚ ਮੇਰੇ ਪਰਥਾਏ ਬਹੁਤ ਈਰਖਾ ਵਧੀ ਹੋਈ ਹੈ। ਕੋ ਨਹਿ ਪ੍ਰੇਰਿਓ ਕਾਬ ਕੂਰ ਕਿਉ ਕਹਿਤ ਤੁਮ। ਤੋ ਦੁਬਾਰਾ ਪੜ। ਕੋ ਨਹਿ ਪ੍ਰੇਰਿਓ ਕਾਬ ਕੂਰ ਕਿਉ ਕਹਿਤ ਤੁਮ। ਮੈਂ ਕਿਸੇ ਨੂੰ ਕਦੇ ਨਹੀਂ ਪ੍ਰੇਰਿਆ, ਨਾ ਮੈਂ ਆਪ ਇਹੋ ਜਿਹਾ ਕੁਝ ਕਰਾਂ, ਨਾ ਮੈਂ ਕਿਸੇ ਨੂੰ ਇਹੋ ਜਿਹਾ ਕੰਮ ਕਰਵਾਵਾਂ। ਤੁਸੀਂ ਕਹਿੰਦੇ ਹੋ ਬ੍ਰਾਹਮਣ ਨੂੰ ਜ਼ਹਿਰ ਦੇ ਕੇ ਭੇਜਿਆ। ਇਹ ਸਭ ਕੁਝ ਤੁਸੀਂ ਮਨੋਂ ਬਣਾ ਕੇ ਤੇ ਮੈਨੂੰ ਬਦਨਾਮ ਕਰਨ ਵਾਸਤੇ ਗੱਲਾਂ ਕਰਦੇ ਹੋ। ਦੇਖ ਨਾ ਸਕਹੁ ਤੋ ਮਤ ਦਿਓ ਉਠਾਏ ਕਰ। ਹਾਂ, ਤੋ ਇਹ ਜਿਹੜੀ ਤੋਹਮਤ ਤੁਸੀਂ ਲਾਉਂਦੇ ਹੋ ਨਾ, ਮੈਨੂੰ ਪਤਾ ਤੁਸੀਂ ਸਾਨੂੰ ਵੇਖ ਨਹੀਂ ਸਿਖਾਉਂਦੇ। ਪ੍ਰਿਥੀ ਚੰਦ ਕਹਿੰਦਾ ਮਹਾਰਾਜ ਹੁਣ ਤੁਸੀਂ ਇਹ ਚਾਹੁੰਦੇ ਹੋ ਵੀ ਗੁਰਿਆਈ ਤਾਂ ਖੋਹ ਲਈ, ਹੁਣ ਇਹਨੂੰ ਅੰਮ੍ਰਿਤਸਰ ਸਾਹਿਬ ਚੋਂ ਵੀ ਕੱਢ ਦਈਏ। ਸਾਡੇ ਨਾਲ ਤੁਸੀਂ ਇਸ ਤਰ੍ਹਾਂ ਵੈਰ ਕਮਾਉਂਦੇ ਹੋ। ਹਾਥਨ ਕੋ ਮਾਲ ਕਾਰ ਬਾਤਨ ਬਣਾਏ ਲੇਤ। ਤੇ ਐਵੇਂ ਬਸ ਘਰੇ ਬੈਠੇ ਹੱਥਾਂ ਨੂੰ ਮਲ ਕੇ ਜਦੋਂ ਜੀ ਕਰਦਾ ਸਾਡੇ ਮੱਥੇ ਤੇ ਕਲੰਕ ਲਾ ਦਿੰਦੇ ਹੋ। ਕਦੇ ਕਹਿੰਦੇ ਹੋ ਸਿੱਖਾਂ ਦੇ, ਤੁਹਾਡੇ ਸਿੱਖ ਕਹਿੰਦੇ ਆ ਕਿ ਤੁਸੀਂ ਦਾਈ ਨੂੰ ਜ਼ਹਿਰ ਦੇ ਕੇ ਅਸਥਾਨਾਂ ਨੂੰ ਜ਼ਹਿਰ ਲਾ ਕੇ ਦੁੱਧ ਪਿਉਣ ਭੇਜਿਆ। ਕਦੇ ਕਹਿੰਦੇ ਪ੍ਰਿਥੀ ਚੰਦ ਨੇ ਸੱਪ ਛਡਵਾਇਆ ਹਰਗੋਬਿੰਦ ਸਾਹਿਬ ਨੂੰ ਮਾਰਨ ਵਾਸਤੇ। ਅੱਜ ਆ ਨਵੀਂ ਗੱਲ ਤੁਸੀਂ ਆਪਦੇ ਕੋਲੋਂ ਹੀ ਕੱਢ ਮਾਰੀ, ਆਖੇ ਬ੍ਰਾਹਮਣ ਨੂੰ ਜ਼ਹਿਰ ਦਿੱਤਾ।
ਸਾਨੂੰ ਇਸ ਕੰਮ ਦੀ ਕੋਈ ਲੋੜ ਨਹੀਂ। ਮੈਂ ਜਾਣਦਾ ਹੈ ਮੇਰੇ ਭਰਾਤਾ ਅਰਜੁਨ ਦੇਵ, ਤੁਸੀਂ ਸਾਨੂੰ ਵੇਖ ਨਹੀਂ ਸਿਖਾਉਂਦੇ ਇਸ ਸ਼ਹਿਰ ਦੇ ਵਿੱਚ, ਇੱਥੋਂ ਸਾਨੂੰ ਕੱਢਣ ਨੂੰ ਫਿਰਦੇ ਹੋ, ਤਾਂ ਹੀ ਮਨੋਂ ਹੀ ਬਾਤਾਂ ਬਣਾ ਬਣਾ ਕੇ ਰੋਜ਼ ਧਮਾ ਦਿੰਦੇ ਹੋ। ਕੌਣ ਕਰਿਓ ਕਾਮ ਨਾਮ ਦੀਜੀਏ ਸੁਨਾਏ ਕਰ। ਹਾਂ, ਦੱਸੋ ਵੀ ਕਿਹੜਾ ਮੈਂ ਮਾੜਾ ਕੰਮ ਕੀਤਾ, ਕੀ ਮੈਂ ਮਾੜਾ ਤੁਹਾਡਾ ਕੀਤਾ ਹੈ? ਅੱਜ ਸਾਰੀਆਂ ਗੱਲਾਂ ਤੁਸੀਂ ਮੈਨੂੰ ਸੁਣਾ ਕੇ ਦੱਸ ਦਿਓ। ਬੋਲੇ ਗੁਰੂ ਅਰਜਨ ਸੇਵਕ ਉਠਾਹ ਆਬ। ਉਹ ਇਸ ਤਰ੍ਹਾਂ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠੇ ਤੇ ਮਹਾਰਾਜ ਨੇ ਵਾਹਿਗੁਰੂ ਪਾਸੇ ਜਿਹੜਾ ਲਾਗੀ ਸਿੱਖ ਬੈਠਾ ਸੀ ਨਾ ਹਜੂਰ ਦੇ, ਮਹਾਰਾਜ ਨੇ ਸਿੱਖ ਨੂੰ ਇਸ ਤਰ੍ਹਾਂ ਆਖਿਆ ਵੀ ਲੈ ਗੁਰਮੁਖਾ ਜਰਾ ਉੱਠ ਖਾਂ ਤੇ ਸਾਡੀ ਬਚਨ ਸੁਣਨਾ ਕਰ। ਸੰਕਰੋ ਕੋ ਛੋਰ ਕਹਿ ਕੇ ਵਾਰੋਂ ਕੋ ਉਘਾਰ ਦੇਹੋ। ਸ਼ੰਕਰ ਸਭ ਜਿਹੜੀਆਂ ਸ਼ੰਕਾ ਇਹ ਛੱਡਦੇ ਹੁਣ ਤੇ ਸਿੱਖਾ ਜਾ ਉਹ ਸਾਹਮਣੇ ਜਿਹੜਾ ਦਰਵਾਜ਼ਾ ਨਾ ਉਹ ਖੋਲ ਤੇ ਉਹਦੇ ਦਰਵਾਜ਼ੇ ਖੋਲ ਕੇ ਪਾਸੇ ਕਰਦੇ, ਭਾਵ ਕੁੰਡਾ ਖੋਲ ਕੇ ਉਸ ਕਮਰੇ ਦੇ ਦਰਵਾਜ਼ੇ ਖੋਲ ਦਿੱਤੇ ਜਾਣ। ਤਾਤ ਕਾਲ ਉੱਠ ਕੈ ਨਿਕਾਰਿਓ ਦੇਜ ਬੈਠੋ ਆਏ। ਤੇ ਸੁਣ ਕੇ ਸਿੱਖ ਉੱਠਿਆ ਤੇ ਉਹਨੇ ਜਾ ਉਹ ਕੁੰਡਾ ਖੋਲਿਆ ਤੇ ਕਮਰੇ ਚੋਂ ਬ੍ਰਾਹਮਣ ਨੂੰ ਕੱਢ ਲਿਆਂਦਾ ਹੈ। ਪ੍ਰਿਥੀਏ ਕਿਸਾਨ ਮੁਖ ਚਪੇ ਦੋ ਜੋ ਚੋਰ ਜੀਹ। ਤੇ ਲਿਆ ਕੇ ਨਾ ਸਿੱਖ ਨੂੰ ਵਾਹਿਗੁਰੂ ਸਿੱਖ ਨੇ ਬ੍ਰਾਹਮਣ ਨੂੰ ਤੇ ਪ੍ਰਿਥੀ ਚੰਦ ਦੇ ਸਾਹਮਣੇ ਲਿਆ ਬਿਠਾਇਆ ਤੇ ਫਿਰ ਪ੍ਰਿਥੀ ਚੰਦ ਦਾ ਮੂੰਹ ਨਾ ਬਣੇ ਤੇ ਕਹਿੰਦੇ ਇਉਂ ਹੋਵੇ ਹੁਣ ਨਜ਼ਰ ਬ੍ਰਾਹਮਣ ਦੀ ਵੀ ਨਹੀਂ ਰਲਦੀ ਵਿਚਾਰੇ ਦੀ, ਕਿਉਂਕਿ ਉਹਨੇ ਵੀ ਪਾਪ ਤਾਂ ਉਹਨੇ ਵੀ ਕੀਤਾ ਨਾ, 500 ਲਿਆ ਸੀ। ਇਸ ਤਰ੍ਹਾਂ ਪ੍ਰਿਥੀ ਚੰਦ ਦੇ ਸਾਹਮਣੇ ਜਦੋਂ ਬ੍ਰਾਹਮਣ ਬੈਠਾ, ਕਵੀ ਜੀ ਕਹਿੰਦੇ ਜਿਵੇਂ ਜੋ ਦੋ ਚੋਰ ਅੱਡੋ ਅੱਡ ਚੋਰੀ ਕਰਦੇ ਸਲਾਹ ਕਰਦੇ ਫੜੇ ਜਾਣ ਤੇ ਸਾਹਮਣੇ ਬਹਾ ਦਿੱਤੇ ਜਾਂਦੇ, ਕਹਿੰਦੇ ਇੱਕ ਦੂਜੇ ਵੱਲ ਦੋਵੇਂ ਪ੍ਰਿਥੀ ਚੰਦ ਤੇ ਬ੍ਰਾਹਮਣ ਇਸ ਤਰ੍ਹਾਂ ਵੇਖਦੇ ਹਨ। ਲੋਚਨ ਕੋ ਜੋਰ ਨ ਹੈ ਬੋਲਿਓ ਮੁਖ ਲੋਰ ਨ ਹੈ। ਤੇ ਪ੍ਰਿਥੀ ਚੰਦ ਨੂੰ ਆਖੀ ਨਹੀਂ ਰਲਾਉਂਦਾ, ਬ੍ਰਾਹਮਣ ਵੱਲ ਵੇਖਣੋਂ ਹੀ ਹਟ ਗਿਆ। ਇਸ ਤਰ੍ਹਾਂ ਦਾ ਸੁਭਾਅ ਜਿਹਾ ਕਰ ਲਿਆ ਵੀ ਜਿਵੇਂ ਮੈਂ ਜਾਣਦਾ ਹੀ ਨਹੀਂ ਹੁੰਦਾ ਬ੍ਰਾਹਮਣ ਨੂੰ। ਤੇ ਇਸ ਤਰ੍ਹਾਂ ਮੁਖ ਬੋਲੇ ਲੋਰੇ ਨਾ ਹੈ ਤੇ ਬੋਲਣ ਦੀ ਲੋੜ ਜੀ ਨਹੀਂ ਜਾਣਦਾ, ਭਾਵ ਹੁਣ ਗੱਲ ਨਹੀਂ ਆਉਂਦੀ। ਪਹਿਲਾਂ ਬਹੁਤ ਗੱਲਾਂ ਕਰਦਾ ਸੀ, ਮਹਾਰਾਜ ਅਸੀਂ ਕੀ ਲੈਣਾ ਤੁਹਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਕੇ। ਜਦੋਂ ਬ੍ਰਾਹਮਣ ਲਿਆ ਸਾਹਮਣੇ ਬਿਠਾ ਦਿੱਤਾ ਫਿਰ ਅੱਖ ਨਾ ਰਲਾਵੇ ਤੇ ਬੋਲਣੋਂ ਵੀ ਰਹਿ ਗਿਆ। ਹੁਣ ਬੁੱਲਾਂ ਤੇ ਸਿਕਰੀ ਆ ਗਈ, ਬੜਾ ਔਖਾ ਹੋਇਆ ਹੈ। ਛਪਨ ਕਟੋਰ ਦਾਵ ਪਾਵਤ ਨ ਮਿਸ ਕੇਹ। ਤੇ ਛੁਪਣ ਵਾਸਤੇ ਦਾਜ ਲੱਭਦਾ ਵੀ ਹੁਣ ਇੱਥੋਂ ਕਿਵੇਂ ਟਾਲਾ ਹੋ ਜਾਵੇ, ਕੋਈ ਬਹਾਨਾ ਮਿਲੇ, ਮੈਨੂੰ ਕੋਈ ਸਦਨ ਹੀ ਆ ਜਾਵੇ, ਮੈਂ ਉੱਥੋਂ ਉੱਠ ਕੇ ਸਭਾ ਚੋਂ ਤੇ ਘਰ ਨੂੰ ਤੁਰ ਜਾਵਾਂ। ਬਹਾਨਾ ਮਿਲਦਾ ਕੋਈ ਨਹੀਂ ਹੈ। ਉਗਰਿਓ ਕਪਟ ਜਾਤ ਨਿਗਰਿਓ ਪ੍ਰਿਥੀ ਕੇ ਬੀਚ। ਹੁਣ ਇਹਦਾ ਕਪਟ ਜਿਹੜਾ ਧੋਖਾ ਕੀਤਾ ਨਾ ਇਹਨੇ ਮਹਾਰਾਜ ਦੇ ਘਰ ਨਾਲ ਉਗੜ ਗਿਆ ਹੈ ਤੇ ਪ੍ਰਿਥੀ ਚੰਦ ਧਰਤੀ ਵਿੱਚ ਹੀ ਮਨ ਨੂੰ ਵੜਿਆ ਜਾ ਰਿਹਾ, ਐਨ ਜਿਹੜਾ ਸਹਿਮਦਾ ਜਾ ਰਿਹਾ, ਇਕੱਠਾ ਹੁੰਦਾ ਜਾਂਦਾ, ਆਪਦਾ ਪਾਪ ਉਗੜਿਆ ਜਾਣ ਕੇ। ਮੁਖ ਭੈ ਖੁਟਾਈ ਕੀ ਸ਼ਰਮ ਬਰਖਾਏ ਮੇਹ। ਤੋ ਇਸ ਤਰ੍ਹਾਂ ਮੁਖ ਤੋਂ ਜਿਹੜੀ ਇਹਨੇ ਜਿਹੜਾ ਵੀ ਢਿੱਡੋਂ ਖਟਿਆਈ ਕੀਤੀ ਸੀ ਨਾ, ਮੁਖ ਪੈ ਖੁਟਾਈ ਕੀ ਸ਼ਰਮ ਬਰਖਾਏ ਮੇਹ, ਇਹਦੇ ਕੀਤੀ ਹੋਏ ਧੋਖੇ ਦੀ ਜਦੋਂ ਸਾਰੀ ਗੱਲ ਮੂੰਹ ਤੇ ਹੋ ਗਈ, ਉਹ ਬ੍ਰਾਹਮਣ ਸਾਹਮਣੇ ਬੈਠਾ ਵੇਖਿਆ ਪ੍ਰਿਥੀ ਚੰਦ ਨੇ ਤੇ ਕਵੀ ਜੀ ਕਹਿੰਦੇ ਸ਼ਰਮਿੰਦਾ ਐ ਹੋਇਆ ਵੀ ਜਿਵੇਂ ਸ਼ਰਮ ਦਾ ਮੀਂਹ ਪੈਂਦਾ ਹੋਵੇ, ਮੱਥੇ ਤੇ ਤਰੇਲੀਆਂ ਆ ਗਈਆਂ, ਬੁਰੇ ਹਾਲ ਹੋ ਰਹੇ ਹੈ। ਤੇ ਨਾਮ ਬ੍ਰਾਹਮਣ ਨਾਲ ਅੱਖ ਰਲਦੀ ਹੈ, ਬੁੱਲ ਕੰਬਦੇ ਹੈ, ਬਹੁਤ ਡਰਦਾ ਵੈ, ਮੱਥੇ ਤੇ ਤਰੇਲੀਆਂ ਆਉਂਦੀਆਂ ਜਿਵੇਂ ਮੀਂਹ ਪਾਇਆ ਹੋਵੇ ਸ਼ਰਮ ਦੇ ਬੱਦਲਾਂ ਨੇ। ਬੋਲਿਓ ਦੇ ਜਮੂੜ ਕਿਉਂ ਕਰਾਇਓ ਥੋ ਕਪਟ ਗੂੜ। ਤੇ ਇਹਨੇ ਨੂੰ ਬ੍ਰਾਹਮਣ ਬੋਲ ਪਿਆ, ਕਹਿੰਦੇ ਉਹ ਮੂਰਖ ਪ੍ਰਿਥੀ ਚੰਦਾ, ਦੱਸ ਮੇਰੇ ਤੋਂ ਭਲਾ ਤੂੰ ਇਹ ਕਿਉਂ ਐਡਾ ਵੱਡਾ ਪਾਪ ਕਰਵਾਉਣ ਲੱਗਿਆ ਸੀ। ਕੈਸੇ ਗੁਰ ਬੰਸ ਮੈਂ ਜਨਮ ਤੁਮ ਲੀਨਿਓ। ਓਏ ਮਾੜੇ ਕਰਮਾਂ ਵਾਲਿਆ, ਓਏ ਖੋਟੇ ਮੱਥੇ ਵਾਲਿਆ, ਕਿਉਂ ਤੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾਮੀ ਤੂੰ ਕਿਉਂ ਪਿਆ? ਇਹ ਬ੍ਰਾਹਮਣ ਕਹਿੰਦਾ। ਹੁਣ ਕਹਿੰਦਾ ਉਹ ਪ੍ਰਿਥੀ ਚੰਦ ਐਡੀ ਵੱਡੀ ਸੋੜ ਬੰਸ ਕੋਲ ਤੇ ਕੀ ਤੂੰ ਜੰਮਣ ਪਿਆਸ ਹੈ, ਕਲੰਕ ਲਾਇਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ, ਇਦੋਂ ਜੰਮਦਾ ਹੀ ਨਾ ਰਹਿ ਜਾਂਦਾ ਜੰਮਣੋਂ ਤਾਂ। ਆਪ ਪਾਪ ਕੂਪ ਮੈਂ ਡੁੱਬ ਤਮੋ ਕੋ ਸੰਗ ਗਹਿ। ਆਪ ਤਾਂ ਤੂੰ ਪਾਪਾਂ ਰੂਪ ਖੂਹ ਵਿੱਚ ਡੁੱਬਾ ਹੀ ਹੋਇਆ ਸੀ, ਨਾਲ ਮੈਨੂੰ ਵੀ ਲੈ ਚੱਲਿਆ ਸੀ ਉਧਰਲੇ ਪਾਸੇ ਨੂੰ, ਮੈਨੂੰ ਵੀ ਆਪਦੇ ਨਾਲ ਹੀ ਤੈਂ ਪਾਪਾਂ ਦਾ ਭਾਗੀ ਬਣਾ ਛੱਡਿਆ। ਕਰਾਮਾਤ ਸਾਹਿਬ ਸੋ ਬੈਰ ਵੱਡ ਕੀਨਿਓ। ਜਿਹੜੇ ਕਰਾਮਾਤ ਦੇ ਸਾਹਿਬ ਹੈ, ਮਾਲਕੇ ਹੈ, ਇਹੋ ਜਿਹੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਕਿੱਡਾ ਭਾਰੀ ਜਿਹੜਾ ਤੂੰ ਵੈਰ ਕਮਾਉਣ ਲੱਗਿਆ ਸੈਂ, ਬੜਾ ਤੂੰ ਵੈਰ ਕੱਢਣ ਲੱਗਿਆ, ਨਾਲ ਮੈਨੂੰ ਵੀ ਨਾਲ
ਆਪਦੇ ਵਰਗਾ ਪਾਪੀ ਬਣਾਉਣ ਲੱਗਿਆ ਸੀ। ਬੈਰ ਨਿਭ ਹੋਗੇ ਦੋ ਲੋਕ ਸੁਖ ਖੋਗੇ। ਤੇ ਤੂੰ ਵੈਰ ਨਿਭਾਉਂਦੇ ਨੇ ਮਹਾਰਾਜ ਦੇ ਨਾਲ ਦੋਵਾਂ ਲੋਕਾਂ ਦਾ ਸੁੱਖ ਗਵਾ ਲਿਆ। ਤੂੰ ਇੱਥੇ ਵੀ ਔਖਾ ਹੋਵੇਂਗਾ ਤੇ ਪਰਲੋਕ ਵਿੱਚ ਵੀ ਤੇਰੀ ਕਿਸੇ ਬਾਤ ਨਹੀਂ ਪੁੱਛਣੀ ਹੈ। ਸਭ ਨਿੰਦਾ ਜੁਤ ਹੋਗੇ ਦੁਖ ਭੋਗੋਗੇ ਮਲੀਨਿਓ। ਸਭ ਤੇਰੇ ਪਾਸੇ ਤੇਰੀ ਨਿੰਦਾ ਹੋਵੇਗੀ। ਨਿੰਦਾ ਦੇ ਸਹਿਤ ਹੋ ਗਿਆ ਤੂੰ ਪਿਰਥੀ ਚੰਦ। ਕੋਈ ਤੈਨੂੰ ਅਵਗਣਿਆ ਰਿਹਾ ਮਾਨਸ ਹੈ ਭਲੋ ਨਾ ਕਹਿ ਹੈ ਕੋਈ, ਤੈਨੂੰ ਕੋਈ ਚੰਗਾ ਨਹੀਂ ਆਖੇਗਾ। ਸਾਰੀ ਉਮਰ ਦੁੱਖ ਭੋਗੇਗਾ ਇੱਥੇ ਵੀ। ਉਹ ਮਾੜੀ ਮੱਤ ਵਾਲਿਆ ਮਲੀਨਿਓ ਭਾਵ ਇਹ ਮੈਲੇ ਕੁਚੈਲੇ ਆਚਰਣ ਵਾਲੇ, ਮਾੜੇ ਚਰਿੱਤਰ ਵਾਲੇ, ਪਾਪਾਂ ਵਿੱਚ ਗਲਤਾਨ ਹੋਏ ਪ੍ਰਿਥੀ ਚੰਦ, ਇੱਥੇ ਵੀ ਤੈਨੂੰ ਸੁੱਖ ਨਹੀਂ ਤੇ ਅਗਾਂਹ ਵੀ ਦੁੱਖ ਭੋਗਿਆ ਕਰੇਗਾ। ਮੁਕਰਤ ਕੈਸੇ ਮੋਸੋ ਕਹਿਓ ਰਾਤ ਜੈਸੇ। ਤੇ ਮਹਾਰਾਜ ਵੱਲ ਮੂੰਹ ਕਰਕੇ ਬ੍ਰਾਹਮਣ ਕਹਿੰਦਾ ਮਹਾਰਾਜ ਇਹ ਪ੍ਰਿਥੀ ਚੰਦ ਕੌਣ ਹੁੰਦਾ ਮੁਕਰਨ ਵਾਲਾ? ਇਹਨੂੰ ਪੁੱਛੋ ਰਾਤ ਨਹੀਂ ਮੈਨੂੰ ਸੱਦ ਕੇ ਇਹਨੇ ਸਾਰਾ ਕੁਝ ਆਖਿਆ। ਉਹ ਪ੍ਰਿਥੀ ਚੰਦ ਕਿਵੇਂ ਮੁਕਰਦਾ ਭਾਈ ਤੂੰ? ਇੱਧਰ ਮੇਰੇ ਨੇਤਰਾਂ ਵੱਲ ਨੇਤਰ ਕਰਕੇ ਵੇਖ। ਅਜੇ ਰਾਤ ਦੀ ਗੱਲ ਨਹੀਂ, ਤੂੰ ਮੈਨੂੰ ਆਪਦੇ ਘਰ ਵਿੱਚ ਸੱਦ ਕੇ ਸਾਰਾ ਕੀਤਾ ਕਰਵਾਇਆ, 500 ਦਾ ਲਾਲਚ ਦਿੱਤਾ, ਨਾਲ ਮੈਨੂੰ ਜ਼ਹਿਰ ਦਿੱਤੀ ਡਲੀ ਮੈਂ ਆ ਕੇ ਪੀ ਕੇ ਦਹੀਂ ਵਿੱਚ ਪਾ ਕੇ ਦੇਣ ਲੱਗਿਆ ਸੀ ਜਿਹੜੀ। ਹੁਣ ਕਿਵੇਂ ਮੇਰੇ ਸਾਹਮਣੇ ਤੂੰ ਮੁੱਕਰ ਸਕਦਾ ਹੈ? ਜਿਹੜਾ ਇੱਧਰ ਨੇਤਰ ਕਰਕੇ ਵੇਖ ਤੂੰ। ਆਪ ਸਭਨ ਮੈਂ ਤੈਸੇ ਕਹਾ ਪਾਪ ਮੈਂ ਪ੍ਰਬੀਨਿਓ। ਓਏ ਜਿਵੇਂ ਰਾਤ ਮੈਨੂੰ ਕਹਿਣਾ ਸੀ ਨਾ ਵੀ ਜੇ ਕਿਤੇ ਹਰਗੋਬਿੰਦ ਸਾਹਿਬ ਨੂੰ ਤੂੰ ਮਾਰ ਦੇਵੇਂ ਤੇ ਮੇਰੇ ਤੇ ਤੇਰਾ ਬੜਾ ਪਰਉਪਕਾਰ ਹੋਵੇਗਾ। ਮੈਂ ਬਚਦਾ ਹੀ ਤਾਂ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾ ਰਹਿਣ ਤਾਂ। ਉਹ ਪਾਪੀਆ ਪਾਪ ਵਿੱਚ ਬੜੇ ਚਲਾਕ ਪ੍ਰਿਥੀ ਚੰਦ। ਹੁਣ ਬੋਲਣਾ ਉਵੇਂ ਜਿਵੇਂ ਰਾਤ ਬੋਲਦਾ ਸੀ ਮੈਨੂੰ। ਜਿਵੇਂ ਮੈਨੂੰ ਰਾਤ ਕਹਿਣਾ ਸੋ ਉਵੇਂ ਹੁਣ ਆਖ। ਹੁਣ ਕਿਹੜੀ ਗੱਲੋਂ ਤੂੰ ਮੁਕਰਨ ਵਾਲੇ ਪਾਸੇ ਤੁਰਿਆ ਹੈ? ਸੁਨ ਕੈ ਕੁਟਲ ਵੱਡੋ ਕਪਟ ਨਾ ਮੰਨੈ। ਹੁਣ ਇਹ ਪ੍ਰਿਥੀ ਚੰਦ ਵੱਡਾ ਪਾਪੀ ਤੇ ਕਪਟੀ ਹੈ। ਇੱਕ ਦੀਆਂ 20 ਬਣਾਉਣੀਆਂ ਜਾਣਦਾ। ਸੁਣ ਕੇ ਤੇ ਮਨ ਚ ਲਿਆਉਂਦਾ ਹੀ ਨਹੀਂ, ਏਡਾ ਬੇਸ਼ਰਮ ਹੋਇਆ ਹੋਇਆ। ਚੱਲ ਮੂੰਹ ਤੇ ਹੋ ਗਈ, ਪਰ ਕਪਟੀ ਐਡਾ ਕਵੀ ਜੀ ਕਹਿੰਦੇ ਨਾ ਜਰਾ ਨਹੀਂ ਡਰਿਆ। ਹੁਣ ਫਿਰ ਇੱਕ ਹੈ ਪਾਪੀ ਉੱਤੋਂ ਹੁਣ ਫੇਰ ਧੋਖਾ ਤੇ ਆਪਦੀ ਸ਼ਰਤ ਕਮਾਉਂਦਾ ਹੈ। ਪੁਨ ਲੋਚਨ ਨਾ ਨੀਚ ਕਰੈ ਬੋਲਤ ਕਠੋਰ ਬੈਨ। ਐਡਾ ਵੱਡਾ ਪਾਪ ਉਗੜ ਕੇ ਅੱਗੇ ਆ ਗਿਆ ਤੇ ਫਿਰ ਵੀ ਐ ਅੱਖਾਂ ਨੀਆਂ ਤਾਂ ਕਰਕੇ ਬੈਠਾ ਹੋਇਆ। ਅੱਖਾਂ 'ਚ ਅੱਖਾਂ ਮਿਲਾ ਕੇ ਮਹਾਰਾਜ ਨਾਲ ਗੱਲ ਕਰਦਾ ਤੇ ਬੜੇ ਭੈੜੇ ਭੱਦੇ ਬਚਨ ਬੋਲਣ ਲੱਗਿਆ। ਗੁੱਸਾ ਚੜਿਆ ਹੈ। ਕਾਹਾਂ ਭਇਓ ਦੇ ਜੋ ਕੋ ਸਿਖਾਏ ਕਹਿ ਕਹਾਇਓ ਕੂਰ। ਕਹਿੰਦਾ ਵਾਹ 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 ਮਹਾਰਾਜ, ਆ ਬਹੁਤ ਸਿਲਾ ਦੇ ਰਹੇ ਵੱਡੇ ਭਰਾ ਨੂੰ। ਹੁਣ ਬ੍ਰਾਹਮਣ ਨੂੰ ਵੀ ਸਿਖਾ ਲਿਆ ਜੇ ਆਪਦੇ ਨਾਲ। ਪਹਿਲਾਂ ਤਾਂ ਮੈਨੂੰ ਇੱਥੋਂ ਕੱਢਣ ਨੂੰ ਫਿਰਦੇ ਸੋ ਤੇ ਅੱਜ ਇੱਕ ਆ ਬ੍ਰਾਹਮਣ ਵੀ ਪੈਸੇ ਦੇ ਕੇ ਤੁਸੀਂ ਨਾਲ ਗੰਢ ਲਿਆ ਹੈ। ਜਿਵੇਂ ਤੁਸੀਂ ਝੂਠ ਬੋਲਦੇ ਹੋ ਉਵੇਂ ਆ ਠਾਗਾ ਬ੍ਰਾਹਮਣ ਵੀ ਜਿਹੜਾ ਹੈ ਝੂਠ ਬੋਲਦਾ, ਮੇਰੇ ਤੇ ਦੋਸ਼ ਲਾਉਂਦਾ ਹੈ। ਉਹ ਪਲੰਬ ਦੇ ਤਤ ਪਤਾਵੈ ਮਨ ਮੋਹਿ ਪੈਨਾ। ਹਾਂ, ਤੁਹਾਡੇ ਕਹੇ ਅਨੁਸਾਰ ਹੀ ਜਿਵੇਂ ਸਿਖਾਲਿਆ ਨਾ ਬ੍ਰਾਹਮਣ ਉਵੇਂ ਹੀ ਮੇਰੇ ਤੇ ਤੋਹਮਤਾਂ ਲਾਉਂਦਾ ਹੈ। ਮੈਂ ਨਹੀਂ ਜਾਣਦਾ ਇਹ ਕੌਣ ਹੈ ਬ੍ਰਾਹਮਣ। ਬਾਕੀ ਇਹ ਗੁਰੂ ਅਰਜਨ ਦੇਵ ਜਿੰਨੇ ਮਰਜ਼ੀ ਮੇਰੇ ਤੇ ਝੂਠੇ ਇਲਜ਼ਾਮ ਲਾਮੇ ਮੜੋ ਮੇਰੇ ਸਿਰ ਤੇ, ਮੈਨੂੰ ਕੋਈ ਤੁਹਾਡਾ ਡਰ ਨਹੀਂ ਹੈ। ਇਹ ਨਾ ਜਾਣੋ ਵੀ ਤੁਹਾਡੇ ਲਾਮੇ ਜੇ ਮੇਰੇ ਸਿਰ ਤੇ ਪਾਉਣ ਦੇ ਨਾਲ ਇਹ ਬ੍ਰਾਹਮਣ ਨੂੰ 4 ਮਾਇਆ ਪੈਸੇ ਦੇ ਕੇ ਤੁਸੀਂ ਖਰੀਦ ਕੇ ਮੇਰੇ ਉੱਪਰ ਹਾਵੀ ਕਰ ਦਿਓਗੇ, ਪ੍ਰਿਥੀ ਚੰਦ ਡਰ ਜਾਵੇਗਾ। ਮੇਰਾ ਨਾਮ ਪ੍ਰਿਥੀ ਚੰਦ ਹੈ, ਪ੍ਰਿਥੀ ਚੰਦ। ਇਹ ਗੁਰੂ ਅਰਜਨ ਦੇਵ ਮੈਨੂੰ ਤੁਹਾਡਾ ਤੇ ਤੁਹਾਡੇ ਇਸ ਬ੍ਰਾਹਮਣ ਦਾ ਇੱਕ ਰਾਈ ਦੇ ਦਾਣੇ ਜਿੰਨਾ ਵੀ ਡਰ ਨਹੀਂ ਹੈ। ਨਿੰਦਾ ਕੋ ਬਿਥਾਰ ਜਗ ਲੋਕਨ ਮੈਂ ਬਨੈ ਠੱਗ। ਮੇਰੀ ਨਿੰਦਾ ਕਰਵਾ ਕਰਵਾ ਕੇ ਸਾਰੇ ਸੰਸਾਰ ਵਿੱਚ ਤੁਸੀਂ ਗੁਰੂ ਬਣ ਕੇ ਵੱਡੇ ਠੱਗ ਬਣ ਬੈਠੇ ਹੋ। ਆਪ ਕੋ ਪਜਾਵੇ ਅਗ ਪਾਸ ਤੇ ਦਰਬ ਲੈਨ। ਆਪਦੇ ਆਪ ਨੂੰ ਪਜਾਉਣ ਵਾਸਤੇ ਵੀ ਤੁਹਾਡੀ ਪੂਜਾ ਵੱਧ ਹੋਵੇ ਤੇ ਮੇਰੇ ਤੇ ਇਲਜ਼ਾਮ ਲਾਉਂਦੇ ਹੋ। ਪਾਪ ਤੁਸੀਂ ਆਪ ਕਮਾਉਂਦੇ ਹੋ ਤੇ ਸੰਗਤ ਨੂੰ ਤੁਸੀਂ ਠੱਗਦੇ ਹੋ। ਅੱਗ ਪਾਸ ਤੇ ਦਰਬ ਲੈਣ। ਅੱਗ ਭਾਵ ਜਿਹੜੇ ਅਗਿਆਨੀ ਸਿੱਖ ਹੈ ਨਾ, ਨਹੀਂ ਜਾਣਦੇ ਤੁਹਾਡੀਆਂ ਚਾਲਾਂ ਨੂੰ, ਤੁਸੀਂ ਉਹਨਾਂ ਤੋਂ ਮਾਇਆ ਲੈਣ ਵਾਸਤੇ ਮੇਰੀ ਬਦਨਾਮੀ ਕਰਦੇ ਕਰਵਾਉਂਦੇ ਹੋ। ਤੋਰੈ ਉਤਪਾਤ ਮੈਂ ਨ ਡਰੋ ਇਨ ਬਾਤਨ ਤੇ। ਜਿੰਨੇ ਮਰਜ਼ੀ ਪਾਪ ਕਰੋ ਤੁਸੀਂ ਮਨੋਂ ਬਣਾ ਬਣਾ ਕੇ ਗੱਲਾਂ ਡਾਓ ਮੇਰੀਆਂ, ਮੈਂ ਤੁਹਾਡੀਆਂ ਇਹਨਾਂ ਗੱਲਾਂ ਤੋਂ, ਇਹਨਾਂ ਜਿਹੜੀਆਂ ਨਿੰਦਿਆ ਦੇ ਛੱਡਣ ਵਾਲੇ ਖੰਭਾਂ ਤੋਂ ਇਹ ਪ੍ਰਿਥੀ ਚੰਦ ਡਰਨ ਵਾਲਾ ਨਹੀਂ ਹੈ। ਘਾਤ ਨ ਬਨਾਵੈ ਸਗਰੇਨ ਕੋ ਸੁਨਾਏ ਦੈਨ। ਮੈਨੂੰ ਪਤਾ ਹੈ ਤੁਸੀਂ ਆਪਦੇ ਮਨੋਂ ਹੀ ਅਣਘੜਤ ਗੱਲਾਂ ਬਣਾ ਬਣਾ ਕੇ
ਤੇ ਸਭ ਸੰਸਾਰ ਨੂੰ ਸੁਣਾਉਂਦੇ ਹੋ। ਜਿੰਨੀਆਂ ਮਰਜ਼ੀ ਸੁਣਾਈ ਜਾਓ, ਸਾਰਿਆਂ ਨੂੰ ਸੁਣਾਓ ਤੇ ਜਿੰਨੇ ਮਰਜ਼ੀ ਦਾਅ ਰਚਾਉਂਦੇ ਰਹੋ, ਜਿੰਨੇ ਮਰਜ਼ੀ ਦਾਅ ਬਣਾ ਬਣਾ ਕੇ ਕੋਲੋਂ ਹੀ ਮੇਰੀ ਬਦਨਾਮੀ ਕਰੀ ਜਾਓ। ਜਾਨ ਵੱਡੋ ਢੀਠ, ਅਵਲੋਕ ਕਹਿ ਨਿਠੁਰ ਢੀਠ। ਇਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਜਾਣਿਆ ਵੀ ਇਹ ਤਾਂ ਪ੍ਰਿਥੀ ਚੰਦ ਤਾਂ ਬਹੁਤ ਵੱਡਾ ਢੀਠ ਨਿਕਲਿਆ। ਸਤਿਗੁਰਾਂ ਨੇ ਜਾਣਿਆ ਵੀ ਇਹ ਤਾਂ ਬੜਾ ਨਿਠਰ ਜਿਹਾ ਹੋਇਆ ਫਿਰਦਾ ਹੈ। ਪਾਪ ਜਾਂ ਕੋ ਮੀਠੋ ਹੈ ਵਿਚਾਰੇ ਗੁਰੂ ਅਰਜਨ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰ ਲਿਆ ਵੀ ਪ੍ਰਿਥੀ ਚੰਦ ਦਾ ਦੋਸ਼ ਨਹੀਂ, ਇਹਨੂੰ ਪਾਪ ਮਿੱਠਾ ਲੱਗਦਾ ਹੈ। ਕਈਆਂ ਨੂੰ ਸਾਧ ਸੰਗਤ ਜੀ ਉਹ ਹੈ ਨਾ ਵੀ ਜਿੰਨਾ ਮਰਜ਼ੀ ਕੋਈ ਸਮਝਾਵੇ ਤੇ ਉਹ ਆਪਦਾ ਜਿਹੜਾ ਹੈ ਉੱਲੂ ਪ੍ਰਣਾਲਾ ਉੱਥੇ ਹੀ ਰੱਖਦੇ ਆ, ਨਹੀਂ ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਹੈ। ਉਹਦਾ ਭਾਵ ਉਹਨਾਂ ਨੂੰ ਪਾਪ ਚੰਗਾ ਲੱਗਦਾ ਹੁੰਦਾ। ਜੇ ਕੋਈ ਨਿੰਦਕ ਨੂੰ ਨਿੰਦਾ ਤੋਂ ਹਟਾਓ, ਉਲਟਾ ਤੁਹਾਨੂੰ ਪੈ ਜਾਂਦਾ। ਉਹਦਾ ਕਾਰਨ ਇਹੀ ਆ ਵੀ ਉਹਨੂੰ ਉਹ ਕੰਮ ਬਹੁਤ ਮਿੱਠਾ ਰਸ ਆਉਂਦਾ ਉਹਨੂੰ ਉਸ ਕੰਮ ਵਿੱਚੋਂ। ਗੁਰੂ ਅਰਜਨ ਦੇਵ ਮਹਾਰਾਜ ਜਾਣਗੇ ਵੀ ਪ੍ਰਿਥੀ ਚੰਦ ਇਹ ਹਟੇਗਾ ਨਹੀਂ, ਕਿਉਂਕਿ ਇਹਨੂੰ ਪਾਪ ਨਾਲ ਹੁਣ ਪ੍ਰੇਮ ਪੈ ਚੁੱਕਾ ਹੈ, ਇਹਨੂੰ ਪਾਪ ਬਹੁਤ ਮਿੱਠਾ ਲੱਗਦਾ। ਸਤਿਗੁਰਾਂ ਨੇ ਜਾਣਿਆ ਵਿਚਾਰਿਆ ਹੈ। ਔਗਣ ਕਰਤ ਨਹੀਂ ਲਾਜ ਕੋ ਤਰਤ। ਮਹਾਰਾਜ ਜਾਣਦੇ ਆ ਹਿਰਦੇ 'ਚ ਵੀ ਇੱਕ ਤਾਂ ਔਗਣ ਕਰਦਾ, ਪਾਪ ਕਰਦਾ, ਤੇ ਦੂਜਾ ਸ਼ਰਮ ਨਹੀਂ ਕਰਦਾ ਮਾਸਾ ਵੀ ਝੂਠ ਬੋਲਣ ਲੱਗਿਆ, ਉਲਟਾ ਸਾਨੂੰ ਹੀ ਪੈਂਦਾ। ਸਤਿਗੁਰੂ ਜੀਓ ਵਿਚਾਰਦੇ ਹਨ। ਪੁਨ ਬਖਤ ਕਠੋਰ ਬਨ ਬਾਤ ਨ ਮੈਂ ਸੁਰ ਜਨ। ਤੇ ਉਲਟਾ ਬੜਾ ਬਕਤਾ ਬਣਦਾ ਤੇ ਕਠੋਰ ਬਚਨ ਬੋਲਦਾ ਹੈ ਤੇ ਗੱਲਾਂ ਬਾਤਾਂ ਦੇ ਵਿੱਚ ਦੇਵਤਾ ਬਣਦਾ। ਦੇਵਤਾ ਵੀ ਜਿਵੇਂ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਗੱਲਾਂ 'ਚ ਪ੍ਰਿਥੀ ਚੰਦ ਦੇਵਤਾ ਬਣਦਾ ਤੇ ਗੱਲਬਾਤ ਕਰਨ ਵਿੱਚ ਬਹੁਤ ਚਲਾਕੀ ਸ੍ਰੇਸ਼ਟ ਬਕਤਾ ਬਣਦਾ ਹੈ। ਆਨਨ ਪਪਨ ਦੇ ਜਮਾਨਤ ਨ ਕਰ ਜੀਵ ਜੈਵ। ਤੇ ਮਹਾਰਾਜ ਕਹਿੰਦੇ ਵੇਖੋ ਵੀ ਹੱਦ ਹੋ ਗਈ ਵੀ ਬ੍ਰਾਹਮਣ ਮੂੰਹ ਤੇ ਗੱਲ ਕਹੀ ਜਾਂਦਾ ਹੈ ਤੇ ਐਡਾ ਬੇਸ਼ਰਮ ਤੇ ਪਾਪੀ ਬੰਦਾ ਵੀ ਇੱਥੇ ਵੀ ਮਾਸਾ ਨਹੀਂ ਚਿਤਾਰਦਾ, ਮੰਨਣ ਤੇ ਹੀ ਨਹੀਂ ਆਉਂਦਾ ਵੀ ਮੈਂ ਸਾਰਾ ਕੁਝ ਕੀਤਾ। ਬ੍ਰਾਹਮਣ ਸਭ ਕੁਝ ਮੂੰਹ ਤੇ ਕਹਿ ਰਿਹਾ ਪਰ ਇਹਨੂੰ ਸ਼ਰਮ ਹੀ ਨਹੀਂ ਹੈ, ਲੱਜਾ ਹੀ ਹੈ ਨਹੀਂ ਵੀ ਪਾਪ ਆਪਦਾ ਬਖਸ਼ਾਉਣ ਦੀ ਬਜਾਏ, ਮੰਨਣ ਦੀ ਬਜਾਏ ਤੇ ਉਲਟਾ ਸਾਨੂੰ ਦੋਸ਼ੀ ਠਹਿਰਾ ਰਿਹਾ ਹੈ। ਇਸ ਤਰ੍ਹਾਂ ਸਤਿਗੁਰੂ ਵਿਚਾਰਦੇ ਆ। ਉਲਟੋ ਸੁਕਰੋਧ ਹੋਤ ਦੂਰ ਮਤ ਦੂਰ ਜਨ। ਉਲਟਾ ਕ੍ਰੋਧੀ ਹੁੰਦਾ ਹੈ, ਭੈੜੀ ਮਤ ਵਾਲਾ ਐਸਾ ਖੋਟਾ ਹੈ ਪ੍ਰਿਥੀ ਚੰਦ ਜੋ। ਜਾਂ ਕਹੇ ਤੋ ਪਾਪ ਧਰ ਔਗਣ ਅਨੇਕ ਕਰੈ। ਮਹਾਰਾਜ ਕਹਿੰਦੇ ਜਿਸ ਵਾਸਤੇ ਬੜੇ ਪਾਪ ਜਾਂ ਪਾਪਾਂ ਨਾਲ ਹਿੱਤ ਧਰਦਾ, ਜਾਂ ਕਹਿ ਜਿਸ ਪ੍ਰਿਥੀ ਚੰਦ ਦਾ ਹਿੱਤ ਹੀ ਪਾਪਾਂ ਨਾਲ ਧਾਰਿਆ ਹੋਇਆ, ਪਾਪਾਂ ਨੂੰ ਪ੍ਰੇਮ ਕਰਦਾ ਤੇ ਅਨੇਕਾਂ ਔਗਣ ਕਰਨ ਵਾਲਾ ਹੈ। ਔਗਣ ਅਨੇਕ ਸੋ ਤੇ ਨਹਿ ਪਾਵੈ ਦਈ ਗੁਰ ਤਾਜ ਗੁਰ ਜਨ। ਤੇ ਮਹਾਰਾਜ ਮਨ ਵਿੱਚ ਸੋਚਦੇ ਆ, ਜਾਂ ਕਹੋ ਪ੍ਰਤਾਖੀ ਪ੍ਰਿਥੀ ਚੰਦ ਨੂੰ ਕਹਿੰਦੇ ਹੋ ਪ੍ਰਿਥੀ ਚੰਦ ਤੇਰੇ ਵਰਗਾ ਬਸ਼ਰਮ ਨਹੀਂ ਵੇਖਿਆ, ਪਾਪ ਵੀ ਕਰਦਾ ਤੇ ਉਲਟਾ ਚਤਰ ਵੀ ਬਣਦਾ। ਜੇ ਇਸ ਗੁਰਿਆਈ ਵਾਸਤੇ ਤੂੰ ਪਾਪ ਕਰ ਰਿਹਾ ਨਾ, ਕਦੇ ਸਾਡੇ ਸਾਹਿਬਜ਼ਾਦੇ ਨੂੰ ਜ਼ਹਿਰ ਦੇਣਾ, ਕਦੇ ਸੰਗਤਾਂ ਨੂੰ ਦੁੱਖ ਪਹੁੰਚਾਉਣਾ ਹੈ, ਉਹ ਗੁਰਿਆਈ ਸਾਨੂੰ ਸਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਦਿੱਤੀ ਹੋਈ ਹੈ। ਆਪਦੇ ਜਿਉਂਦੇ ਜੀ ਅਸੀਂ ਉਹ ਗੁਰਿਆਈ, ਕਿਉਂਕਿ ਇਹ ਤਖਤ ਕਿਸੇ ਰਾਜੇ ਦਾ ਤਖਤ ਨਹੀਂ, ਅਕਾਲ ਪੁਰਖ ਪਰਮੇਸ਼ਰ ਦਾ ਤਖਤ ਹੈ ਤੇ ਸਾਨੂੰ ਇਹ ਤਖਤ ਗੁਰੂ ਰਾਮਦਾਸ ਮਹਾਰਾਜ ਪਰਮੇਸ਼ਰ ਪਾਸੋਂ ਮਿਲਿਆ। ਭਾਈ ਜੇ ਤੂੰ ਚੰਗਾ ਹੁੰਦਾ ਤੇ ਮਹਾਰਾਜ ਤੈਨੂੰ ਇਹ ਬਖਸ਼ ਦਿੰਦੇ। ਇਹ ਬਖਸ਼ਿਸ਼ ਸਾਨੂੰ ਸਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਚੋਂ ਪ੍ਰਾਪਤ ਹੋਈ ਹੈ। ਜਿਸ ਗੁਰਿਆਈ ਵਾਸਤੇ ਤੂੰ ਜਿੰਨੇ ਮਰਜ਼ੀ ਯਤਨ ਕਰ ਲੈ, ਚਾਹੇ ਤੂੰ ਸਾਨੂੰ ਜਾਨੋਂ ਵੀ ਮਰਵਾਉਣ ਦੀ ਕੋਸ਼ਿਸ਼ ਕਰ, ਜਿੱਥੋਂ ਤੱਕ ਤੇਰੀ ਵਾਹ ਲੱਗਦੀ ਲਾ ਸਕਦਾ ਹੈ। ਇਹ ਤਖਤ ਗੁਰੂ ਨਾਨਕ ਪਾਤਸ਼ਾਹ ਦਾ ਹੈ, ਸੱਚਾ ਸੁੱਚਾ ਹੈ, ਤੇਰੇ ਵਰਗੇ ਪਾਪੀ ਦੇ ਬਹਿਣ ਦੇ ਲਾਇਕ ਨਹੀਂ। ਤਖਤ ਬਹਿ ਤਖਤੈ ਕੀ ਲਾਇਕ, ਤਖਤੈ ਰਾਜਾ ਸੋ ਬਹਿ ਜੋ ਤਖਤੈ ਲਾਇਕ ਹੋਈ। ਤਖਤ ਤੇ ਉਹ ਰਾਜਾ ਬਹਿੰਦਾ ਜਿਹੜਾ ਤਖਤ ਦੇ ਲਾਇਕ ਹੋਵੇ। ਪ੍ਰਿਥੀ ਚੰਦ ਤੂੰ ਇਸ ਸੁੱਚੇ ਮੁਕੱਦਸ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਤਖਤ ਦੇ ਬਹਿਣ ਦੇ ਲਾਇਕ ਨਹੀਂ ਹੈ। ਇਸ ਤਰ੍ਹਾਂ ਮਹਾਰਾਜ ਨੇ ਪ੍ਰਿਥੀ ਚੰਦ ਨੂੰ ਸੁਣਾਉਣਾ ਕੀਤਾ ਤੇ ਫਿਰ ਜਦੋਂ ਮਹਾਰਾਜ ਨੇ ਇਸ ਤਰ੍ਹਾਂ ਆਖਿਆ, ਇਹ ਕੁਝ ਪ੍ਰਸੰਗ ਆਪਾਂ ਕੱਲ ਵਿਚਾਰਾਂਗੇ ਵੀ। ਪ੍ਰਿਥੀ ਚੰਦ ਫਿਰ ਅੱਗੋਂ ਸਿੱਧਾ ਹੋ ਤੁਰਿਆ ਸੀ ਵੀ ਗੁਰੂ ਅਰਜਨ ਦੇਵ ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਨਾ ਮੈਂ ਕੁਝ ਕੀਤਾ ਤੇ ਅਜੇ ਤਾਂ ਸਮਝੋ ਕੀਤਾ ਹੀ ਕੱਖ ਨਹੀਂ, ਮੈਂ ਅਜੇ ਤਾਂ ਕਰਾਂਗਾ ਤੇ ਅਸਲੀ ਉਦਮ ਮੈਂ ਹੁਣ ਕਰਾਂਗਾ। ਜੇ ਬਚ ਸਕਦਾ ਤੇ ਬਚ ਲਿਓ,
ਤੁਹਾਨੂੰ ਤੇ ਤੁਹਾਡੇ ਸਾਹਿਬਜ਼ਾਦੇ ਨੂੰ ਮੈਂ ਜਿਉਂਦਾ ਨਹੀਂ ਰਹਿਣ ਦਿਆਂਗਾ। ਫਿਰ ਇਹਨੇ ਇਹ ਗੱਲ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰਾਂ ਦੇ ਮੂੰਹ ਤੇ ਆਖੀ ਸੀ। ਪਹਿਲਾਂ ਤਾਂ ਲੁਕ ਲੁਕ ਕੇ ਪਾਪ ਕਮਾਉਂਦਾ ਸੀ, ਹੁਣ ਫਿਰ ਇਹ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖ ਤੇ ਹੀ ਸਿੱਧਾ ਹੀ ਹੋ ਗਿਆ ਸੀ ਵੀ ਹਾਂ, ਛਾਤੀ ਥਾਪੜ ਕੇ ਕਹਿੰਦਾ ਸੀ ਹੁਣ ਵੇਖੋ ਬਣਦਾ ਕੀ ਹੈ। ਇਹ ਫਿਰ ਸਾਧ ਸੰਗਤ ਦੀ ਇਹਦੀ ਮੱਤ ਮਾਰੀ ਕਿ ਫਿਰ ਦਿੱਲੀ ਤਖਤ ਨੂੰ ਹੋ ਤੁਰਿਆ ਸੀ। ਬਾਬੇ ਕੇ ਬਾਬਰ ਕੇ ਦੋ, ਆਪ ਕਰੇ ਪਰਮੇਸ਼ਰ ਸੋ। ਇੱਕ ਬਾਬਰ ਕੇ ਹੈ ਸੰਸਾਰੀ ਬਾਦਸ਼ਾਹ, ਦੂਜੇ ਸਾਧ ਸੰਗਤ ਜੀ ਬਾਬੇ ਕੇ ਹਨ, ਧੰਨ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਇਹਦੋਂ ਬਾਅਦ ਸਾਧ ਸੰਗਤ ਜੀ ਫਿਰ ਬਾਬੇ ਕੇ ਤੇ ਬਾਬਰ ਕਿਆਂ ਦੀ ਟੱਕਰ ਹੋਣੀ ਸ਼ੁਰੂ ਹੋਈ ਸੀ। ਉਹਦਾ ਜਿਹੜਾ ਵਿਚੋਲਾ ਬਾਬਾ ਪ੍ਰਿਥੀ ਚੰਦ ਹੀ ਬਣਿਆ ਜਾਣੋ, ਇਹ ਗਿਆ ਸੀ ਫਿਰ ਦਿੱਲੀ ਦੇ ਤਖਤ ਪਾਸ ਦਰਖਾਸਤ ਲੈ ਕੇ, ਕਿਉਂਕਿ ਸੁਲਹੀ ਨਾਲ ਇਹਦਾ ਪ੍ਰੇਮ ਸੀ। ਆਪਾਂ ਪਿੱਛੇ ਕਥਾ ਸੁਣੀ, ਉਹਦਾ ਬਹੁਤ ਮਿੱਤਰ ਸੀ, ਸੁਲਹੀ ਜਰਨੈਲ ਸੀ ਜਹਾਂਗੀਰ ਦਾ। ਜਿਵੇਂ ਫਿਰ ਅੱਗੇ ਇਹ ਘਾਟਤਾਂ ਘਟਦਾ, ਉਹ ਨਿਤਾ ਪ੍ਰਤੀ ਪ੍ਰਸੰਗ ਜਿਵੇਂ ਜਿਵੇਂ ਆਵੇਗਾ, ਬਾਬਾ ਮਹਾਦੇਵ ਜੀ ਨੇ ਸਮਝਾਉਣਾ ਵੀ ਪ੍ਰਿਥੀ ਚੰਦ ਤੂੰ ਵੱਡਾ ਸਾਥੋਂ, ਇਸ ਤਰ੍ਹਾਂ ਨਹੀਂ ਕਰੀਦਾ ਭਾਈ, ਸਿਆਣਾ ਬਣ। ਪਰ ਫਿਰ ਵੀ ਇਹਨੇ ਕਿਸੇ ਦੀ ਨਾ ਗੱਲ ਸੁਣੀ, ਉਲਟਾ ਬਾਬਾ ਮਹਾਦੇਵ ਨਾਲ ਬਹੁਤ ਇਹਨੇ ਝਗੜਾ ਕੀਤਾ, ਬਹੁਤ ਬੋਲ ਕਬੋਲ ਫਿਰ ਬਾਬਾ ਮਹਾਦੇਵ ਜੀ ਨੂੰ ਬੋਲੇ। ਫਿਰ ਬਾਬਾ ਮਹਾਦੇਵ ਜੀ ਵੀ ਜਾਣ ਗਏ ਵੀ ਗੁਰੂ ਰਾਮਦਾਸ ਮਹਾਰਾਜ ਜੀ, ਜੋ ਕਿਉਂਕਿ ਪਹਿਲਾਂ ਬਾਬਾ ਮਹਾਦੇਵ ਜੀ ਨੂੰ ਵੀ ਰੋਸਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੱਡੇ ਪੁੱਤਰ ਨੂੰ ਤਖਤ ਦੇਣਾ ਚਾਹੀਦਾ ਸੀ। ਪਰ ਫਿਰ ਜਾਣ ਗਏ ਵੀ ਪ੍ਰਿਥੀ ਚੰਦ ਦੀ ਖੋਟ ਗੁਰੂ ਰਾਮਦਾਸ ਪਿਤਾ ਤੋਂ ਛੁਪੀ ਨਹੀਂ ਸੀ, ਜੋ ਉਹਨਾਂ ਕੀਤਾ ਚੰਗਾ ਕੀਤਾ ਹੈ। ਇਸ ਤਰ੍ਹਾਂ ਦਾ ਪ੍ਰਸੰਗ ਅੱਗੇ ਜਿਵੇਂ ਆਉਂਦਾ ਆਪਾਂ ਨਿਤਾ ਪ੍ਰਤੀ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ। ਗਰੀਬ ਨਵਾਜ ਆਪਦੇ ਦਰ ਹਾਜ਼ਰੇ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਆਨਨ ਪੈ ਭਾਣੈ ਦੇ ਜਮਾਨਤ ਨ ਕਰ, ਜੀਵ ਉਲਟੋ ਸੋ ਕ੍ਰੋਧ ਹੋ ਤੋ ਦੂਰ ਮਤ ਦੂਰ ਜਨ। ਜਾਂ ਕਹੇ ਤੋ ਪਾਪ ਤਰ ਔਗਣ ਅਨੇਕ ਕਰੈ, ਸੋ ਤੇ ਨਹੀਂ ਪਾਵੈ ਦਈ ਗੁਰ ਤਾਜੋ ਗੁਰ ਜਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।